ਇਹ ਇਸੇ ਕਾਰਨ ਹੋ ਰਿਹਾ। ਗੁਰਬਾਣੀ ਗੁਰੂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਿਧਾਂਤ ਦਿੱਤਾ ਗਿਆ ਹੈ ਉਹ ਹੈ ਸਾਡੇ ਆਪੇ ਦੀ ਪਹਿਚਾਣ, ਨਿਰਾਕਾਰ ਦੀ ਪੂਜਾ, ਨਿਰਾਕਾਰ ਅਕਾਲ ਪੁਰਖ ਦੇ ਵਿੱਚ ਅਭੇਦ ਕਿਵੇਂ ਹੋਣਾ ਹੈ, ਇਹ ਸਾਰਾ ਤਰੀਕਾ ਆਪਾਂ ਨੂੰ ਦੱਸਿਆ। ਪਰ ਆਪਣਾ ਜਿਹੜਾ ਮਨ ਹੈ ਉਹ ਕਰਮ ਦੇ ਨਾਲ ਨਾਲ ਜੇਕਰ ਭਗਤੀ ਵੀ ਕਰਦਾ ਹੈ ਤਾਂ ਉਹ ਆਕਾਰਾਂ ਦੀ ਕਰਦਾ ਪਿਆ। ਜੇ ਅਸੀਂ ਭਗਤੀ ਕਰਦੇ ਵੀ ਹਾਂ ਤਾਂ ਗਿਆਨ ਦੁਆਰਾ ਕਰ ਰਹੇ ਹਾਂ, ਆਕਾਰਾਂ ਦੁਆਰਾ ਕਰ ਰਹੇ ਹਾਂ, ਗਿਣਤੀਆਂ ਮਿਣਤੀਆਂ ਦੇ ਵਿੱਚ ਕਰਦੇ ਹਾਂ। ਜਿਵੇਂ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਆਏ, ਉਦੋਂ ਵੀ ਜੀਵ ਇਸ ਤਰ੍ਹਾਂ ਹੀ ਕੋਈ ਆਕਾਰਾਂ ਨੂੰ ਪੂਜ ਰਿਹਾ ਸੀ, ਕੋਈ ਰੁੱਖਾਂ ਬਿਰਖਾਂ ਨੂੰ ਪੂਜ ਰਿਹਾ ਸੀਗਾ, ਪੱਥਰਾਂ ਦੀ ਪੂਜਾ ਕੀਤੀ ਜਾ ਰਹੀ ਸੀ, ਮੜੀਆਂ ਮਸਾਣੀਆਂ ਦੀ ਪੂਜਾ ਕੀਤੀ ਜਾ ਰਹੀ ਸੀ। ਤੇ ਮਹਾਰਾਜ ਨੇ ਉਹਨਾਂ ਦੇ ਭਰਮ ਦੇ ਪਰਦੇ ਪਾਸੇ ਕਰਕੇ ਇਹ ਸਮਝਾਇਆ ਕਿ ਜਿਹੜੀ ਪੂਜਾ ਹੈ ਇਹ ਸੰਸਾਰ ਦੇ ਵਿੱਚ ਨਹੀਂ ਹੋਣੀ। ਭਗਤੀ ਜਿਹੜੀ ਸੰਸਾਰ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਭਗਤੀ ਕਰਨ ਦੇ ਲਈ, ਪੂਜਾ ਕਰਨ ਦੇ ਲਈ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਤੁਹਾਡੇ ਸਰੀਰ ਦੇ ਵਿੱਚ ਹੀ ਅਸਥਾਨ ਬਣਾਇਆ। ਭਗਤੀ ਬਾਹਰੀ ਤੌਰ ਤੇ ਨਹੀਂ ਕੀਤੀ ਜਾ ਸਕਦੀ ਵੀ ਤੁਸੀਂ ਕਹੋ ਕਿਸੇ ਤੀਰਥ ਤੇ ਜਾ ਕੇ ਆਪਾਂ ਭਗਤੀ ਕਰ ਲਈਏ, ਕਿਸੇ ਆਕਾਰ ਨੂੰ ਸਾਹਮਣੇ ਰੱਖ ਕੇ ਜਾਂ ਪੱਥਰ ਨੂੰ ਸਾਹਮਣੇ ਰੱਖ ਕੇ ਜਾਂ ਉਹਦੇ ਕੋਈ ਪੂਜਾ ਪਾਠ ਕਰਕੇ ਆਪਾਂ ਭਗਤੀ ਕਰ ਲਈਏ। ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਸਾਨੂੰ ਪ੍ਰਮਾਣ ਦਿੱਤਾ ਹੈ, ਹੁਕਮ ਕੀਤਾ ਹੈ, ਉਹ ਕਹਿੰਦੇ ਜਿਹੜੀ ਭਗਤੀ ਹੈ ਇਹ ਤੁਹਾਡੇ ਸਰੀਰ ਦੇ ਵਿੱਚ ਅਕਾਲ ਪੁਰਖ ਨੇ ਇੱਕ ਅਸਥਾਨ ਬਣਾਇਆ, ਉੱਥੇ ਬੈਠ ਕੇ ਕੀਤੀ ਜਾਣੀ ਹੈ। ਬਚਨ ਕਰਦੇ ਨੇ, ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਉਹ ਕਿਹੜਾ ਥਾਨ ਹੈ ਜਿੱਥੇ ਅਸੀਂ ਜੋਤ ਦੇ ਨਾਲ ਜੋਤ ਮਿਲਾਉਣੀ ਹੈ, ਉਸ ਦਾ ਆਪਾਂ ਨੂੰ ਭੇਤ ਵੀ ਦਿੱਤਾ। ਫਿਰ ਮਹਾਰਾਜ ਕਹਿੰਦੇ ਨੇ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ। ਕਹਿੰਦੇ ਜਿਸ ਘਰ ਦੇ ਵਿੱਚ ਹਰ ਵਕਤ ਨਾਦ ਸਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕੀਰਤੀ ਹੋ ਰਹੀ ਹੈ, ਉਸ ਘਰ ਦੇ ਵਿੱਚ ਬੈਠ ਕੇ ਤੁਸੀਂ ਸੋਹਿਲਾ ਗਾ ਸਕਦੇ ਹੋ। ਮਹਾਰਾਜ ਕਹਿੰਦੇ ਵੀ ਆਪਾਂ ਭਗਤੀ ਨਹੀਂ ਕਰ ਸਕਦੇ। ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਉਸਤਤ, ਉਹਨਾਂ ਦੀ ਭਗਤੀ ਸਹਿਜ ਸੁਭਾਅ, ਲੱਖਾਂ ਹੀ ਨਾਦ ਮਰਦੰਗ ਨਗਾੜੇ ਅਨਾਹਦ ਰੂਪ ਦੇ ਵਿੱਚ ਦਿਨ ਰਾਤ ਕਰ ਰਹੇ ਆ। ਦਿਨ ਰਾਤ ਪੌਣ ਪਾਣੀ ਬੇਸੰਤਰ ਉਹਦੀ ਉਸਤਤ ਕਰ ਰਹੇ ਆ। ਤੇ ਜਿੱਥੇ ਇਹ ਸਾਰੀ ਉਸਤਤ ਹੋ ਰਹੀ ਹੈ, ਜਿਸ ਦਰ ਦੇ ਵਿੱਚ, ਜਿਸ ਘਰ ਦੇ ਵਿੱਚ ਇਹ ਸਾਰਾ ਕਾਰਜ ਹੋ ਰਿਹਾ, ਤੁਸੀਂ ਉੱਥੇ ਬੈਠ ਕੇ ਸੁਰਤ ਜੋੜਨੀ ਹੈ ਸਿਰਫ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਜਿੱਥੇ ਰਾਗ ਵੱਜਦੇ ਪਏ ਆ, ਜਿੱਥੇ ਅਸੰਖ ਨਾਦ ਵੱਜਦੇ ਪਏ ਆ, ਤੁਹਾਡੇ ਸਰੀਰ ਦੇ ਵਿੱਚ ਉਹ ਘਰ ਬਣਿਆ ਹੋਇਆ ਹੈ। ਤੇ ਜੇਕਰ ਤੁਸੀਂ ਉਸ ਘਰ ਦੀ, ਉਸ ਅਸਥਾਨ ਦੀ ਖੋਜ ਕਰ ਲਓ, ਬਸ ਉੱਥੇ ਸੁਰਤ ਜੋੜਨੀ ਹੈ, ਹੋਰ ਭਗਤੀ ਨਹੀਂ ਹੈ ਸੰਸਾਰ ਦੇ ਵਿੱਚ। ਜੇ ਦੂਸਰੇ ਸ਼ਬਦਾਂ ਵਿੱਚ ਕਹੀਏ, ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਘਰ ਦੇ ਵਿੱਚ ਬੈਠਣਾ ਭਗਤੀ ਹੈ, ਜਿੱਥੇ ਫਿਰ ਸਹਿਜ ਦੇ ਵਿੱਚ ਜਾ ਕੇ ਇੱਕ ਧੁਨ ਪ੍ਰਗਟ ਹੁੰਦੀ ਹੈ। ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ।
ਗੁਰਮੁਖ ਦੀ ਭਗਤੀ ਉੱਥੋਂ ਸ਼ੁਰੂ ਹੁੰਦੀ ਏ ਜਿੱਥੇ ਸਹਿਜ ਹੋਈ, ਸਹਿਜ ਦੇ ਵਿੱਚ ਚੱਲ ਰਹੀ ਧੁਨ ਹੈ, ਤੇ ਦਿਨ ਰਾਤ ਉੱਥੇ ਅਨਹਦ ਬਾਣੀ ਦੇ ਸੋਮੇ ਚੱਲ ਰਹੇ ਆ। ਉਸ ਅਸਥਾਨ ਤੇ ਜਾ ਕੇ ਤੁਸੀਂ ਭਗਤੀ ਕਰਨੀ ਹੈ, ਤੇ ਉਹ ਕਿਤੇ ਬਾਹਰ ਨਹੀਂ, ਜਿੱਥੇ ਦਿਨ ਰਾਤ ਭਗਤੀ ਹੋ ਰਹੀ ਹੈ ਮਾਲਕ ਦੀ। ਉਹ ਅਸਥਾਨ ਕਿਸੇ ਤੀਰਥ ਜਾਂ ਕਿਸੇ ਮੰਦਰ ਜਾਂ ਗੁਰਦੁਆਰਾ ਜਾਂ ਮਸਜਿਦ ਜਾਂ ਮੱਠ ਇੱਥੇ ਨਹੀਂ। ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਹਰੀ ਦਾ ਮੰਦਰ ਜਿਹੜਾ ਹੈ, ਜਿੱਥੇ ਤੁਸੀਂ ਭਗਤੀ ਕਰਨੀ ਹੈ, ਉਹ ਇਸ ਸਰੀਰ ਦੇ ਵਿੱਚ ਹੈ। ਉਹਦੀ ਤੁਸੀਂ ਪਹਿਚਾਣ ਕਰਨੀ ਹੈ ਗੁਰੂ ਤੋਂ ਮੱਤ ਲੈ ਕੇ, ਸਾਧ ਸੰਗਤ ਦੇ ਵਿੱਚ ਜਾ ਕੇ, ਵੀ ਉਹ ਕਿਹੜਾ ਹਰ ਮੰਦਰ ਹੈ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ। ਜਦੋਂ ਤੁਸੀਂ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਜਪਦੇ ਆ, ਫਿਰ ਉਹ ਹਰ ਮੰਦਰ ਜਿਹੜਾ ਹੈ ਪ੍ਰਗਟ ਹੁੰਦਾ ਹੈ, ਜਿੱਥੇ ਸੰਤ ਅਤੇ ਭਗਤ ਬੈਠ ਕੇ ਗੁਣ ਗਾਉਂਦੇ। ਫਿਰ ਸੌਖਾ ਹੋਰ ਕਰ ਦਿੱਤਾ, ਕਿਉਂਕਿ ਗੁਰਬਾਣੀ ਗੁਰੂ ਦਾ ਅੱਜ ਪ੍ਰਕਾਸ਼ ਪੁਰਬ ਹੈ ਤੇ ਸਦਾ ਹੀ ਹੈ। ਪਰ ਜੇ ਵਿਚਾਰਿਆ ਨਹੀਂ ਤੇ ਫਿਰ ਆਪਾਂ ਬਾਹਰੀ ਤੌਰ ਤੇ ਜੇ ਕਹਿ ਦਈਏ ਕਿ ਸਿਰਫ ਆਪਾਂ ਮਹਾਰਾਜ ਅੱਗੇ ਨਤਮਸਤਕ ਹੋ ਕੇ ਜਾਂ ਲੰਗਰ ਪ੍ਰਸ਼ਾਦੇ ਵਰਤਾ ਕੇ ਜਾਂ ਆਪ ਛਕ ਕੇ, ਨਹੀਂ। ਹਾਲਾਤ ਵੈਸੇ ਸਾਰੇ ਪਾਸੇ ਇਹੀ ਹੋ ਗਏ ਆ ਕਿ ਜਦੋਂ ਕੋਈ ਗੁਰਪੁਰਬ ਹੁੰਦਾ, ਜਦੋਂ ਕੋਈ ਪ੍ਰਕਾਸ਼ ਦਿਹਾੜਾ ਹੁੰਦਾ, ਵੱਧ ਤੋਂ ਵੱਧ ਇਕੱਠ ਹੋ ਕੇ ਲੰਗਰ ਵਰਤਾ ਕੇ, ਮੱਥਾ ਟੇਕ ਕੇ, ਭੇਟਾ ਦੇ ਕੇ, ਆਮ ਤੌਰ ਤੇ ਜ਼ਿਆਦਾਤਰ ਵਾਪਸ ਘਰਾਂ ਨੂੰ ਚਲੇ ਜਾਂਦੇ ਆ। ਜੋ ਗੁਰਬਾਣੀ ਗੁਰੂ ਦਾ ਗਿਆਨ ਹੈ ਜਾਂ ਜਿਸ ਦੇ ਲਈ ਇਕੱਠ ਕੀਤਾ ਜਾਂਦਾ ਹੈ, ਵੀ ਇਕੱਠ ਕਿਉਂ ਹੋਇਆ, ਅੱਜ ਪ੍ਰਕਾਸ਼ ਦਿਹਾੜਾ ਹੈ, ਤੇ ਉੱਥੇ ਫਿਰ ਇਕੱਠ ਕਰਕੇ ਆਪਾਂ ਕਰਨਾ ਕੀ ਹੈ, ਵੀ ਜੋ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ 1430 ਅੰਗਾਂ ਦੇ ਵਿੱਚ, ਉਹ ਵਿਚਾਰੀਏ ਤਾਂ ਸਹੀ ਨਾ ਪਈ ਮਹਾਰਾਜ ਨੂੰ ਕੀ ਲੋੜ ਪਈ ਇਹ ਮਹਿੰਗੇ ਬਚਨ ਸੰਸਾਰ ਵਿੱਚ ਪ੍ਰਗਟ ਕਰਨ ਦੀ, ਤੇ ਜਾਂ ਇਹਨਾਂ ਦਾ ਮਨੋਰਥ ਕੀ ਹੈ, ਉਹ ਬਹੁਤ ਘੱਟ ਹੋ ਰਿਹਾ। ਹੁਣ ਫਿਰ ਮਹਾਰਾਜ ਇੱਕ ਸੌਖਾ ਕਰਕੇ ਦੱਸਦੇ ਆ ਵੀ ਜੇ ਤੁਸੀਂ ਇਹਨਾਂ ਬਚਨਾਂ ਨੂੰ ਵਿਚਾਰ ਲਓ ਤਾਂ ਫਿਰ ਕਹਿੰਦੇ ਨੇ ਘਰ ਮੈਂ ਘਰ ਦਿਖਾਈ ਦੇ, ਸੋ ਸਤਿਗੁਰ ਪੁਰਖ ਸੁਜਾਨ। ਪੰਚ ਸ਼ਬਦ ਧੁਨ ਘਰ ਧੁਨ, ਤਹਿ ਬਾਜੈ ਸ਼ਬਦ ਨਿਸ਼ਾਨ। ਤੁਹਾਡੇ ਸਰੀਰ ਰੂਪੀ ਘਰ ਦੇ ਵਿੱਚ ਇੱਕ ਐਸਾ ਘਰ ਹੈ ਜਿੱਥੇ ਸਤਿਗੁਰ ਦਾ ਪ੍ਰਕਾਸ਼ ਹੈ, ਪੰਜ ਸ਼ਬਦਾਂ ਦੀ ਧੁਨੀ ਚੱਲ ਰਹੀ ਹੈ ਔਰ ਅਨਹਦ ਸ਼ਬਦ ਦੇ ਨਿਸ਼ਾਨ ਵੱਜ ਰਹੇ ਨੇ। ਫਿਰ ਸਾਨੂੰ ਜਦੋਂ ਸਾਧੂਆਂ ਪਾਸ ਜਾਂਦੇ ਹਾਂ, ਉਹ ਦੱਸਦੇ ਨੇ ਵੀ ਜਿਹੜੀ ਭਗਤੀ ਕਰਨੀ ਹੈ, ਜਿਹੜਾ ਅਸੀਂ ਮਿਲਾਪ ਕਰਨਾ ਹੈ, ਜੋ ਅਮਰ ਅਵਸਥਾ ਅਸੀਂ ਪ੍ਰਾਪਤ ਕਰਨੀ ਹੈ, ਗੁਰੂ ਨਾਨਕ ਦੇਵ ਅਤੇ ਉਹਨਾਂ ਤੋਂ ਪਹਿਲਾਂ ਹੋਏ ਜਿਹੜੇ ਭਗਤ ਸੰਤ ਸਾਹਿਬਾਨ ਨੇ, ਉਹਨਾਂ ਸਾਰਿਆਂ ਨੇ ਮਿਲ ਕੇ ਇਹ ਗੱਲ ਕਹੀ ਹੈ ਕਿ ਜੇ ਸਰੀਰ ਦੇ ਵਿੱਚ ਆਣ ਤੇ ਅਸੀਂ ਉਸ 10ਵੇਂ ਘਰ ਦੀ ਖੋਜ ਨਹੀਂ ਕਰਦੇ, ਅਸੀਂ ਉਸ ਅਵਚਲ ਨਗਰ ਦੀ ਥਿਰ ਘਰ ਦੀ ਖੋਜ ਨਹੀਂ ਕਰਦੇ, ਤੇ ਸਾਡਾ ਆਇਆ ਪ੍ਰਵਾਨ ਨਹੀਂ। ਤੇ ਉਸ ਘਰ ਦੀ ਤੁਸੀਂ ਖੋਜ ਕਰ ਲਓ। ਤੁਹਾਡੇ ਸਰੀਰ ਦੇ ਵਿੱਚ ਦਿਨ ਰਾਤ ਅਨਹਦ ਸ਼ਬਦ ਵੱਜ ਰਿਹਾ, ਦਿਨ ਰਾਤ ਨਾਦ ਵੱਜ ਰਿਹਾ, ਦਿਨ ਰਾਤ ਧੁਨਾਂ ਚੱਲ ਰਹੀਆਂ, ਦਿਨ ਰਾਤ ਉਹ ਹਰੀ ਦਾ ਅੰਮ੍ਰਿਤ ਵਰਸ ਰਿਹਾ, ਤੇ ਤੁਸੀਂ ਵੀ ਉਹ ਕਾਰਜ ਨੂੰ ਸੰਪੂਰਨ ਕਰੋ। ਕਿਵੇਂ ਕਾਰਜ ਸੰਪੂਰਨ ਹੋਏਗਾ? ਕਹਿੰਦੇ 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੇ। ਕਹਿੰਦੇ 9 ਦਰਵਾਜ਼ਿਆਂ ਨੂੰ ਠਾਕਣਾ ਸਿੱਖੋ। ਪਹਿਲਾਂ 9 ਦਰਵਾਜ਼ੇ ਨੇ, 2 ਨੇਤਰ, 2 ਕੰਨ, ਮੁਖ, ਨਾਸਕਾ, ਮਲ ਮੂਤ ਇੰਦਰੀਆਂ, ਸਾਡੇ ਸਰੀਰ ਦੀਆਂ ਲੱਤਾਂ ਬਾਹਾਂ, ਇਹ ਗਿਆਨ ਇੰਦਰੀ ਕਰਮ ਇੰਦਰੀ। ਕਹਿੰਦੇ ਸਰੀਰ ਨੂੰ ਸਹਿਜ ਕਰਨਾ ਸਿੱਖੋ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਫਿਰ ਉਹ ਜਦੋਂ ਤੁਸੀਂ ਇਸ ਸਰੀਰ ਨੂੰ ਸਹਿਜ ਕਰ ਲਓਗੇ, ਜਿੱਥੇ ਜਾ ਕੇ ਹਰ ਤਰ੍ਹਾਂ ਦਾ ਵਿਚਾਰ ਆਕਾਰ ਇਹ ਪਾਉਣ ਦਾ ਬਹਾ ਖਤਮ ਹੋ ਗਿਆ, ਇਹ ਸਵਾਸ ਤੋਂ ਵੀ ਤੁਸੀਂ ਉੱਪਰ ਉੱਠ ਗਏ,
ਕਹਿੰਦੇ ਉੱਥੇ ਅਨਹਦ ਸ਼ਬਦ ਵਜਿਆ ਦਿਨ ਰਾਤੀ। ਉਸ ਜਗ੍ਹਾ ਤੇ ਜਾ ਕੇ ਤੁਹਾਡੇ ਸਰੀਰ ਵਿੱਚ ਦਿਨ ਰਾਤ ਅਨਹਦ ਸ਼ਬਦ ਵੱਜ ਰਿਹਾ। ਪਰ ਅੱਗੇ ਕਹਿੰਦੇ ਗੁਰਮਤੀ ਸ਼ਬਦ ਸੁਣਾਵਣਿਆ, ਇਹ ਆਪ ਸਹਿਜ ਸੁਭਾਏ ਤੁਸੀਂ ਸਰੀਰ ਵਿੱਚੋਂ ਨਹੀਂ ਅਨਹਦ ਬਾਣੀ ਸੁਣ ਸਕਦੇ। ਕਹਿੰਦੇ ਗੁਰੂ ਦੀ ਮੱਤ ਲੈ ਕੇ, ਗੁਰੂ ਤੋਂ ਸ਼ਬਦ ਲੈ ਕੇ ਤੁਸੀਂ ਅੰਤਰਗਤ ਲਿਵ ਲਾਓਗੇ ਤੇ ਕਹਿੰਦੇ ਤੁਹਾਨੂੰ ਸ਼ਬਦ ਸੁਣ ਜਾਏਗਾ। ਗੁਰਮਤੀ ਸ਼ਬਦ ਸੁਣਾਵਣਿਆ, ਉਹ ਸ਼ਬਦ ਜੋ ਕਿਸੇ ਦੁਨਿਆਵੀ ਭਾਸ਼ਾ ਦੇ ਵਿੱਚ ਨਹੀਂ, ਜਾਂ ਗਿਆਨ ਦਾ ਕੋਈ ਸ਼ਬਦ ਨਹੀਂ ਚੱਲਦਾ, ਸਿਰਫ ਧੁਨਾਤਮਕ ਆਵਾਜ਼। ਪਰ ਮਹਾਰਾਜ ਕਹਿੰਦੇ ਵੀ ਉਸ 10ਵੇਂ ਘਰ ਦੇ ਵਿੱਚ ਪਹੁੰਚਣ ਤੋਂ ਪਹਿਲਾਂ, ਅੰਤਰਗਤ ਸਮਾਧ ਲਾਉਣ ਤੋਂ ਪਹਿਲਾਂ, ਇਹ ਪੰਜੇ ਦੂਤ, ਪੰਜੇ ਚੋਰ, ਜਿਨ੍ਹਾਂ ਨੂੰ 5 ਠੱਗ, 5 ਜਮਦੂਤ ਵੱਖਰੇ ਵੱਖਰੇ ਨਾਮਾਂ ਨਾਲ ਪੁਕਾਰਿਆ, ਇਹ ਅੰਦਰ ਸਾਡੀ ਦੇਹੀ ਦੇ ਸ਼ੋਰ ਇੰਨਾ ਮਚਾ ਦਿੰਦੇ ਆ, ਫੁਰਨੇ ਇੰਨੇ ਦੇ ਦਿੰਦੇ ਆ ਵੀ ਸਾਡੀ ਸੁਰਤੀ ਅੰਦਰ ਲਿਵ ਜਦੋਂ ਲੱਗਣ ਲੱਗਦੀ ਆ, ਸਾਨੂੰ ਵਿਚਾਰ, ਨੀਂਦ, ਆਲਸ, ਇੰਨੀ ਗੰਦਗੀ ਸਾਡੇ ਉੱਪਰ ਸਿੱਟ ਦਿੰਦੇ ਆ ਵੀ ਸਾਨੂੰ ਉਹ ਅਨਾਹਦ ਖਜ਼ਾਨੇ ਦਾ ਲਾਹਾ ਲੈਣ ਨਹੀਂ ਦਿੰਦੇ। ਮਹਾਰਾਜ ਕਹਿੰਦੇ ਇਹਨਾਂ 5 ਦੂਤਾਂ ਨੂੰ ਤੁਸੀਂ ਕਾਬੂ ਕਰਨਾ ਹੈ ਪਹਿਲੋਂ, ਫਿਰ ਤੁਹਾਡੇ ਤੇ ਮਾਲਕ ਦੇ ਉਸ ਖਜ਼ਾਨੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਰਹੇਗੀ। ਇਹ 5 ਦੂਤ ਹੀ ਰੁਕਾਵਟ ਆ। ਜਿਵੇਂ ਸਾਡਾ ਮਨ ਜੋਤ ਸਰੂਪੀ ਆਕਾਰ ਹੈ, 5 ਸੂਖਮ ਤੱਤਾਂ ਦੀ ਜੋਤ ਹੈ ਮਨ, ਉਸੇ ਤਰ੍ਹਾਂ ਇਹ 5 ਦੂਤ ਵੀ ਸੂਖਮ ਆਕਾਰ ਦੇ ਵਿੱਚ ਨੇ ਤੇ ਸਾਨੂੰ ਅੰਦਰੋਂ ਵਿਚਾਰ ਦਿੰਦੇ ਆ। ਦਿਖਦੇ ਨਹੀਂ, ਸਾਹਮਣੇ ਨਹੀਂ ਆਉਂਦੇ, ਪਰ ਮੌਜੂਦ ਨੇ। ਪਰ ਐਸੇ ਐਸੇ ਵਿਚਾਰ ਦਿੰਦੇ ਆ ਜਦੋਂ ਅਸੀਂ ਸਿਮਰਨ ਕਰਨ ਲੱਗਦੇ ਆ, ਜਦੋਂ ਅਸੀਂ ਧਿਆਨ 'ਚ ਬੈਠਦੇ ਹਾਂ, ਉਹ ਰੁਕਾਵਟ ਬਣ ਜਾਂਦੇ ਆ। ਤੇ ਫਿਰ ਇਹਨਾਂ ਨੂੰ ਕਹਿੰਦੇ ਵਸ ਕਰੋ ਪੰਚ ਦੂਤ ਤੁਧ ਵਸ ਕੀਨੇ, ਕਾਲ ਕੰਟਕ ਮਾਰਿਆ। ਇਹ ਫੁਰਨਿਆਂ ਦੇ ਰੂਪ ਵਿੱਚ ਸਾਨੂੰ ਤੰਗ ਕਰਦੇ ਆ। ਫੁਰਨੇ ਖਤਮ ਕਰ ਲਓ, ਤੁਸੀਂ 5 ਨੂੰ ਵਸ ਕਰ ਲਓਗੇ। ਵਿਚਾਰ ਮਾਰੇ ਤਰੈ ਤਾਰੇ, ਉਲਟ ਜੋਣ ਨਾ ਆਵੇ। ਫੁਰਨੇ ਹੀ ਰੁਕਾਵਟ ਨੇ, ਫੁਰਨੇ ਹੀ ਸਿਮਰਨ ਕਰਨ ਵਿੱਚ ਰੁਕਾਵਟ ਆ, ਫੁਰਨੇ ਹੀ ਗੁਰਬਾਣੀ ਪੜ੍ਹਨ ਵਿੱਚ ਰੁਕਾਵਟ ਨੇ, ਫੁਰਨੇ ਹੀ ਧਿਆਨ ਵਿੱਚ ਬੈਠਣ ਦੇ ਲਈ ਰੁਕਾਵਟ ਨੇ। ਤੇ ਜਦੋਂ ਵਿਚਾਰ ਫੁਰਨੇ, ਜਿਹੜੇ ਵਾਧੂ ਦੇ ਵਿਚਾਰ ਫੁਰਨੇ ਚੱਲਦੇ ਆ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ, ਉਹਨਾਂ ਨੂੰ ਖਤਮ ਕਰ ਲਓ। ਤੁਹਾਡੇ ਅਤੇ ਉਸ 10ਵੇਂ ਘਰ ਦੇ ਵਿੱਚ ਹੋਰ ਕੋਈ ਵੀ ਐਸਾ ਬੰਧੇਜ ਨਹੀਂ ਆਏਗਾ ਜੋ ਤੁਹਾਨੂੰ ਉਸ ਘਰ ਵਿੱਚ ਜਾਣੋਂ ਰੋਕ ਸਕੇ। ਉੱਥੇ ਫਿਰ ਕਹਿੰਦੇ ਜਿਨ੍ਹਾਂ ਨੇ ਆਪਦੇ ਇਸ ਸਰੀਰ ਦੇ ਵਿੱਚ ਸ਼ਬਦ ਦੁਆਰਾ ਅੰਤਰਮੁਖੀ ਹੋਏ, ਆਪਦੇ ਦੁਨਿਆਵੀ ਵਿਚਾਰਾਂ ਫੁਰਨਿਆਂ ਤੋਂ ਉੱਪਰ ਉੱਠੇ, ਸੁਰਤੀ ਨੂੰ ਅੰਤਰਗਤ ਲੈ ਗਏ, ਇੰਨੀ ਸਹਿਜ ਦੇ ਵਿੱਚ ਲੈ ਗਏ ਕਿ ਜਿੱਥੇ ਜਾ ਕੇ ਇਹ ਸਰੀਰ ਵੀ ਭੁੱਲ ਜਾਂਦਾ। ਜਦੋਂ ਅੰਦਰ ਦੇਖਿਆ ਤੇ ਐਸਾ ਬਿਸਮਾਦ ਵੱਜ ਰਿਹਾ ਸੀ ਤੇ ਉਹਨਾਂ ਨੇ ਫਿਰ ਆਖਿਆ ਮਧੁਰ ਮਧੁਰ ਧੁਨ ਅਨਹਤ ਗਾਜੈ। ਸਾਡੇ ਅੰਦਰ ਤਾਂ ਬੜੀ ਮਧੁਰ ਰਾਮ ਦੀ ਬੇਣ ਵੱਜਦੀ ਪਈ ਆ। ਧੰਨ ਧੰਨ ਉਹ ਰਾਮ ਮੇ ਬੇਣ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ। ਕਹਿੰਦੇ ਅੰਦਰ ਰਾਮ, ਪ੍ਰਕਾਸ਼ ਰੂਪੀ ਰਾਮ ਹੈ ਜਿਹੜਾ ਅਕਾਲ ਨੇ, ਉਹ ਅੰਦਰ ਬੀਣ ਵਜਾਉਂਦੇ ਪਏ ਆ। ਇਹ ਦੁਨਿਆਵੀ ਬੀਣ ਨਹੀਂ ਜਿਹੜੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਜੋਗੀ ਲੋਕ ਵਜਾਉਂਦੇ ਸੀ। ਕਹਿੰਦੇ ਐਸੀ ਬੀਣ ਵੱਜਦੀ ਹੈ ਵੀ ਨਾ ਤਾਂ ਕੋਈ ਆਕਾਰ ਦਿਖਦਾ ਹੈ, ਨਾ ਲਿਖੀ ਜਾਂਦੀ ਹੈ, ਨਾ ਪੜ੍ਹੀ ਜਾਂਦੀ ਹੈ। ਧੰਨ ਧੰਨ ਉਹ ਰਾਮ ਬੇਨ ਬਾਜੇ, ਮਧੁਰ ਮਧੁਰ ਧੁਨ ਅਨਹਤ ਗਾਜੇ। ਅਨਹਤ ਧੁਨਾਂ ਦੇ ਰੂਪ ਦੇ ਵਿੱਚ ਵੱਜ ਰਹੀ ਹੈ, ਜਿਹਨੂੰ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ। ਕਹਿੰਦੇ ਉਹਦੇ ਮੁਖ ਦੇ ਜਦੋਂ ਦਰਸ਼ਨ ਹੋਏ ਨਾ ਪ੍ਰਕਾਸ਼ ਦੇ, ਉੱਥੇ ਬੜੀ ਸਹਿਜ ਦੇ ਵਿੱਚ ਧੁਨ ਚੱਲਦੀ ਪਈ ਆ, ਬਾਣੀ ਚੱਲਦੀ ਪਈ ਆ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਨਾ, ਪਰ ਉਸ ਧਿਆਨ ਦੇ ਵਿੱਚ ਜਾ ਕੇ ਅਨਹਦ ਬਾਣੀ ਵੱਜਦੀ ਹੈ। ਉਸ ਅਵਸਥਾ ਦਾ ਆਨੰਦ ਮਾਣਿਆ ਤੇ ਭਗਤਾਂ ਨੇ ਕਿਹਾ ਵੀ ਆਹ ਹੈ ਉਹ ਹਰੀ ਦਾ ਮੰਦਰ ਜਿੱਥੇ ਅਸੀਂ ਬੈਠ ਕੇ ਪੂਜਾ ਕਰਨੀ।
ਆ ਉਹ ਅਸਥਾਨ ਜਿੱਥੇ ਅਨਹਦ ਸ਼ਬਦਾਂ ਦੀ ਦਾਤ ਮਿਲਦੀ ਹੈ, ਜਿੱਥੇ ਅੰਮ੍ਰਿਤ ਰਸ ਮਿਲਦਾ ਹੈ। ਐਸਾ ਅੰਮ੍ਰਿਤ ਜੋ ਸਿਰਫ ਗੁਰੂ ਦੇ ਕੋਲ ਹੀ ਹੈ, ਤੇ ਗੁਰੂ ਜਿਹੜੇ ਸਹਿਜ ਦੇ ਵਿੱਚ ਸੁਰਤੀ ਮੋੜ ਕੇ ਚਲੇ ਜਾਂਦੇ ਆ, ਉਹਨਾਂ ਨੂੰ ਦਾਤ ਦੇ ਦਿੰਦਾ ਹੈ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਐ ਗੁਰ ਪ੍ਰਸਾਦ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਅਸੀਂ ਸੁਰਤੀ ਨੂੰ ਸੰਕੋਚ ਕੇ, ਮਨ ਨੂੰ, ਧਿਆਨ ਨੂੰ ਫੁਰਨਿਆਂ ਤੋਂ ਤੋੜ ਕੇ ਸ਼ਬਦ ਦੁਆਰਾ ਹੌਲੀ 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 ਸਹਿਜ ਦੇ ਵਿੱਚ ਸਮਾਧੀ ਲਾਉਨੇ ਆ। ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾਵਣ ਹਾਰਾ ਦੇ ਮਹਾਵਾਕਾਂ ਦੇ ਨੂੰ ਸਮਝਦੇ ਹੋਏ ਉਹਨਾਂ ਦੇ ਮੁਤਾਬਕ ਚੱਲਦੇ ਆ। ਫਿਰ ਉਹ ਅੰਦਰ ਜਾ ਕੇ ਲਿਵ ਜੁੜਦੀ ਹੈ। ਹੁਣ ਸਾਡੀ ਲਿਵ ਅੰਦਰੋਂ ਸੱਚ ਤੋਂ ਟੁੱਟੀ ਹੋਈ ਹੈ, ਗੁਰਮੰਤਰ ਤੋਂ ਟੁੱਟੀ ਹੋਈ ਹੈ। ਮਹਾਰਾਜ ਕਹਿੰਦੇ ਆ, ਲਿਵ ਛੁੜਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਤਾਂ ਲਿਵ ਟੁੱਟੀ ਹੋਈ ਹੈ ਸ਼ਬਦ ਤੋਂ, ਤ੍ਰਿਸ਼ਨਾ ਦੇ ਵਿੱਚ ਮਨ ਚੱਲਦਾ ਹੈ, ਤੇ ਮਾਇਆ ਨੇ ਆਪ ਦਾ ਖੇਲ ਰਚਾਇਆ ਹੋਇਆ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਤ੍ਰੈ ਗੁਣ ਤੋਂ ਲਿਵ ਤੋੜ ਕੇ, ਇਹਨਾਂ ਵਿਚਾਰਾਂ ਤੋਂ ਲਿਵ ਤੋੜ ਕੇ ਉਹ ਸ਼ਬਦ ਦੇ ਨਾਲ ਦੁਬਾਰਾ ਜੋੜ ਲਈ ਆ, ਉਹਨਾਂ ਨੂੰ ਫਿਰ ਆਨੰਦ ਹੋ ਗਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਜਨਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸੁਵਾਰਿਆ। ਜਿਨ੍ਹਾਂ ਨੇ ਫਿਰ ਤ੍ਰੈ ਗੁਣਾ ਤੋਂ ਲਿਵ ਤੋੜ ਕੇ ਸ਼ਬਦ ਨਾਲ ਜੋੜ ਲਈ, ਉਹ ਤਾਂ ਇੰਨੇ ਆਨੰਦ ਵਿੱਚ ਹੋ ਗਏ ਵੀ ਸੰਸਾਰ ਜੋ ਮਰਜ਼ੀ ਆਨੰਦ ਕਹੀ ਜਾਵੇ, ਪਰ ਜਿੰਦੀ ਸੁਰਤੀ ਸ਼ਬਦ ਆਨੰਦ ਨਾਲ ਜੁੜ ਗਈ ਹੈ, ਉਸ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ। ਪਰ ਜਿਨ੍ਹਾਂ ਦੀ ਸ਼ਬਦ ਤੋਂ ਟੁੱਟ ਕੇ ਵਿਚਾਰਾਂ ਫੁਰਨਿਆਂ ਦੇ ਵਿੱਚ ਜੁੜ ਗਈ ਹੈ, ਦੁਬਿਧਾ ਦੇ ਵਿੱਚ ਜੁੜ ਗਈ ਹੈ, ਕਾਮ ਕਾਮਣੀ ਵਿੱਚ ਜੁੜ ਗਈ ਹੈ, ਧਨ ਵਪਾਰ ਦੇ ਵਿਚਾਰਾਂ ਫੁਰਨਿਆਂ ਵਿੱਚ, ਕਰਮ ਦੇ ਵਿੱਚ ਜੁੜ ਗਈ ਹੈ, ਉਹਨਾਂ ਤੋਂ ਆਨੰਦ ਦੀ ਕਾਮਨਾ ਇੱਕ ਖਿਣ ਵੀ ਨਹੀਂ ਕੀਤੀ ਜਾ ਸਕਦੀ। ਹੁਣ ਆਪਾਂ ਇਹ ਫੈਸਲਾ ਕਰਨਾ ਹੈ ਵੀ ਗੁਰਬਾਣੀ ਗੁਰੂ ਜੋ ਆਪਾਂ ਨੂੰ ਤਰੀਕਾ ਦੱਸਦੇ ਨੇ, ਜੋ ਮਹਾਰਾਜ ਜੀ ਦਾ ਅੱਜ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਆਪਾਂ ਇਹਨਾਂ ਦੇ ਬਚਨਾਂ ਦੇ ਮੁਤਾਬਕ ਜੋ ਇਹਨਾਂ ਨੇ ਆਪਾਂ ਨੂੰ ਸਰੀਰ ਦੇ ਵਿੱਚ ਹਰੀ ਦਾ ਮੰਦਰ ਦੱਸਿਆ ਹੈ, ਦਰਸਾਇਆ ਹੈ, ਆਪਾਂ ਸ਼ਬਦ ਦਾ ਅਭਿਆਸ ਕਰਕੇ ਉਸ ਹਰੀ ਦੇ ਮੰਦਰ ਦੀ ਖੋਜ ਕਰਨੀ ਹੈ ਅਤੇ ਗੁਰੂ ਸਾਹਿਬ ਦੇ ਕਹੇ ਮੁਤਾਬਕ ਆਪਾਂ ਭਗਤੀ ਕਰਨੀ ਹੈ। ਆਪਣਾ ਮਨੋਰਥ ਵੀ ਸੰਸਾਰ ਦੇ ਵਿੱਚ ਇਹੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ, ਸਭ ਮੁਕਦੀ ਚੱਲੀ ਰਹਿਣ। ਪਰ ਸਾਡਾ ਮਨ ਜਿਹੜਾ ਆ, ਉਹ ਪੰਜਾਂ ਦੂਤਾਂ ਨੇ ਵਿਚਾਰਾਂ ਵਿੱਚ ਪਾ ਕੇ, ਮਾਇਆ ਨੇ ਆਪਦੇ ਆਕਾਰਾਂ ਵਿੱਚ ਪਾ ਕੇ ਸੁਆ ਦਿੱਤਾ ਹੈ। ਸੋ ਹੁਣ ਉਸ ਆਨੰਦ ਦੀ ਪ੍ਰਾਪਤੀ ਦੇ ਲਈ ਜੋ ਅੱਜ ਗੁਰਮੁਖਾਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਹੈ, ਆਓ ਆਪਾਂ ਗੁਰਮੰਤਰ ਦਾ ਅਭਿਆਸ ਕਰਕੇ ਨਾਲ ਨਾਲ, ਕਿਉਂਕਿ ਆਪਾਂ ਪ੍ਰੈਕਟੀਕਲ ਵੀ ਕਰੀ ਜਾਣਾ, ਸ਼ਬਦ ਨੂੰ ਦ੍ਰਿੜ ਵੀ ਕਰੀ ਜਾਣਾ, ਵੀ ਜੋ ਬਚਨ ਆਪਾਂ ਸੁਣੇ ਆ ਇਹਨਾਂ ਦੇ ਮੁਤਾਬਕ ਆਪਾਂ ਕਰਕੇ ਵੀ ਤਾਂ ਦੇਖੀਏ, ਅੰਦਰ ਜਾ ਕੇ ਵੀ ਤਾਂ ਦੇਖੀਏ, ਲਿਵ ਜੋੜ ਕੇ ਵੀ ਤਾਂ ਦੇਖੀਏ ਵੀ ਕੀ ਆਨੰਦ ਪ੍ਰਾਪਤ ਹੁੰਦਾ। ਸੋ ਆਓ ਇਹਨਾਂ ਬਚਨਾਂ ਦੇ ਮੁਤਾਬਕ ਸ਼ਬਦ ਦਾ ਅਭਿਆਸ ਕਰਨ ਦੇ ਲਈ ਇੱਕ ਦੋ ਬੇਨਤੀਆਂ ਨੇ। ਪਹਿਲੀ ਬੇਨਤੀ ਹੈ ਕਿ ਸਾਰਿਆਂ ਨੇ ਨੇਤਰ ਬੰਦ ਕਰਕੇ ਅਭਿਆਸ ਕਰਨਾ ਹੈ, ਔਰ ਦੂਜਾ ਮੁੱਖੋਂ ਬੋਲ ਬੋਲ ਕੇ ਗੁਰਮੰਤਰ ਦਾ ਸਵਾਸ ਗ੍ਰਾਸ ਜਿਵੇਂ ਅਸੀਂ ਕਰਾਂਗੇ, ਆਪ ਜੀ ਨੇ ਨਾਲ ਨਾਲ ਸਿਮਰਨ ਕਰਨਾ ਹੈ। ਔਰ ਤੀਸਰੀ ਬੇਨਤੀ ਵੀ, ਜੇ ਕਿਸੇ ਗੁਰਮੁਖ ਪਿਆਰੇ ਦਾ ਫੋਨ ਖੁੱਲ੍ਹਾ ਹੋਇਆ ਉਹਨੂੰ ਬੰਦ ਕਰ ਲਓ, ਕਿਉਂਕਿ ਜਦੋਂ ਸਿਮਰਨ ਕਰਕੇ ਮਨ ਸਹਿਜ ਦੇ ਵਿੱਚ ਜਾਂਦਾ, ਸਾਡਾ ਇਹ ਫੋਨ ਵੱਜ ਪੈਂਦਾ, ਡਿਸਟਰਬ ਕਰਦਾ ਹੈ। ਸਾਡੀ ਆਪ ਦੀ ਸੁਰਤ ਤਾਂ ਨਹੀਂ ਜੁੜਦੀ, ਅਤੇ ਅਸੀਂ ਨਾਲ ਦੋ ਚਾਰ ਗੁਰਮੁਖਾਂ ਦੀ ਹੋਰ ਵੀ ਤੋੜ ਕੇ ਪਾਪ ਕਮਾਉਂਦੇ ਹਾਂ। ਸੋ ਫੋਨ ਬੰਦ ਕਰਕੇ, ਨੇਤਰ ਬੰਦ ਕਰਕੇ, ਬੋਲ ਬੋਲ ਕੇ ਅਭਿਆਸ ਕਰਨਾ ਹੈ। ਕਿਸੇ ਨੇ ਵੀ ਲੋਕ ਲੱਜਾ ਸੰਗ ਸ਼ਰਮ ਵਿੱਚ ਨਹੀਂ ਆਉਣਾ। ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਹਾਂ, ਗੁਰੂ ਸਾਹਿਬ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਇਹੀ ਸਭ ਤੋਂ ਵੱਡੀ ਸੇਵਾ ਹੈ। ਨੇਤਰ ਬੰਦ ਕਰਕੇ, ਬੋਲ ਬੋਲ ਕੇ ਅੰਤਰਗਤ ਫਿਰ ਜਿਵੇਂ ਜਿਵੇਂ ਤੁਹਾਨੂੰ ਦੱਸਦੇ ਜਾਵਾਂਗੇ, ਉਵੇਂ ਉਵੇਂ ਆਪ ਜੀ ਨੇ ਸਿਮਰਨ ਨੂੰ ਸਹਿਜ ਕਰਦਿਆਂ ਜਾਣਾ ਅਤੇ ਆਨੰਦ ਦਾ ਸੋਮੇ ਪ੍ਰਾਪਤ ਕਰਨੇ।
आओ जी नेत्र बंद करो, अखां बंद करके बोल बोल के शब्द अभ्यास करो शुरू जी। वाह गुरु 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 गुरु वाह गुरु वाह गुरु वाह गुरु वाह गुरु वाह गुरु वाह गुरु गुरु वाह 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 गुरु। सारे गुरमुखां ने बोल बोल के अभ्यास करना वाहिगुरू जी। पहलो अभ्यास करना है, फिर आप अंतर्गत हौली हौली सहज दे विच बैठांगे। वाह गुरु 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 वाह गुरु। गुरमुख बीबियां सारे बोल बोल के अभ्यास करो वाहिगुरू जी। लोक लज्जा संग शर्म तो उपर उठ के गुरु साहब की हजूरी में बैठ के पापां की मैल नूं कट्टिए। आपां सारे बोल के गुरु वाह 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 गुरु।
ਵਾਹਿਗੁਰੂ 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 ਵਾਹਿਗੁਰੂ। ਨੇਤਰ ਬੰਦ ਕਰਕੇ ਸਾਰੇ ਅਭਿਆਸ ਕਰੋ ਵਾਹਿਗੁਰੂ ਜੀ ਬੋਲ ਬੋਲ ਕੇ।
ਵਾਹਿਗੁਰੂ 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 ਸਹਿਜ ਸਹਿਜ ਗੁਰੂ ਵਾਹਿਗੁਰੂ 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 ਸਹਿਜ ਸਹਿਜ ਅੱਖਾਂ ਬੰਦ ਕਰਕੇ ਬੈਠੋ। ਵਾਹਿਗੁਰੂ ਜੀ ਸਾਰੇ ਗੁਰਮੁਖ ਸੰਗਤ ਦੀ ਮਰਿਆਦਾ ਦੇ ਵਿੱਚ ਸਹਿਜ ਸਹਿਜ ਸਿਮਰਨ ਕਰੋ, ਨੇਤਰ ਬੰਦ ਕਰਦੇ ਹੋਏ। ਗੁਰੂ
ਅੱਖਾਂ ਬੰਦ ਕਰ ਲਓ। ਵਾਹਿਗੁਰੂ ਜੀ, ਬਾਹਰ ਸਾਰਾ ਠੀਕ ਹੈ। ਸਹਿਜ ਸਹਿਜ, ਪੂਰਾ ਸਹਿਜ। ਬਿਲਕੁਲ ਸਹਿਜ ਦੇ ਵਿੱਚ ਅੰਤਰਗਤ ਹੋ ਜਾਓ। ਵਾਹਿਗੁਰੂ ਜੀ, ਮੁੱਖ ਦੀ ਨੀਵੀਂ ਨਹੀਂ ਪਾਉਣੀ, ਮੁੱਖ ਉੱਪਰ ਹੀ ਰੱਖਣਾ। ਬਿਲਕੁਲ ਸਹਿਜ ਦੇ ਵਿੱਚ ਚੁੱਪ ਕਰਕੇ ਅੰਤਰਗਤ ਬੈਠੋ। ਵਾਹਿਗੁਰੂ ਜੀ, ਜਿਹੜੇ ਗੁਰਮੁਖਾਂ ਦੇ ਅੰਦਰ ਅਨਹਦ ਸ਼ਬਦ ਚੱਲਦੇ ਉਹ ਸਰਵਣ ਕਰਨ ਅੰਦਰ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਰਾਮ ਸਿਮਰ ਇਹ ਤੇਰੇ ਕਾਜ ਹੈ। ਸਾਧ ਸਰਨ ਚਿਤ ਲਾਇਆ, ਸੁਪਨ ਕੀ ਬਾਤ ਸੁਣੀ, ਪੇਖੀ ਸੁਪਨਾ ਨਾਮ ਮੰਤਰ ਸਤਿਗੁਰ ਦ੍ਰਿੜਾਇਆ। ਇਸ ਤਰ੍ਹਾਂ ਆਪਾਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ। ਇਹ ਤਰੀਕਾ ਹੈ ਗੁਰਮੁਖ ਪਿਆਰਿਓ। ਇਹ ਸ਼ਬਦ ਨੂੰ ਦ੍ਰਿੜ ਕਰਨਾ ਹੈ ਤੇ ਦ੍ਰਿੜ ਕਰਦਿਆਂ ਕਰਦਿਆਂ ਸ਼ਬਦ ਦੇ ਸਹਾਰੇ ਹੀ ਆਪਾਂ ਸਹਿਜ ਦੇ ਵਿੱਚ ਚਲੇ ਜਾਣਾ। ਜਿਵੇਂ ਗੁਰਮੰਤਰ ਸਹਿਜ ਹੁੰਦਾ ਹੈ ਉਵੇਂ ਆਪਾਂ ਵੀ ਸਹਿਜ ਹੁੰਦੇ ਜਾਣਾ, ਕਿਉਂਕਿ ਖੇਲ ਧਿਆਨ ਦਾ ਹੈ। ਧਿਆਨ ਜੇ ਵਿਚਾਰਾਂ ਵਿੱਚ ਜਾਊਗਾ ਤੇ ਉਹ ਸਹਿਜ ਨਹੀਂ ਹੋਏਗਾ, ਉਹ ਕੁਛ ਨਾ ਕੁਛ ਸੋਚਣਾ ਸ਼ੁਰੂ ਕਰ ਦੇਗਾ। ਕੋਈ ਫੁਰਨਾ ਆ ਗਿਆ, ਕੋਈ ਵਿਚਾਰ ਆ ਗਿਆ। ਜਿਸ ਅਵਸਥਾ ਦੇ ਨਾਲ ਅਸੀਂ ਜ਼ਿਆਦਾ ਪਿਆਰ ਪਾਇਆ ਹੋਇਆ, ਮਨ ਵਾਰ-ਵਾਰ ਉੱਧਰ ਨੂੰ ਜਾਏਗਾ। ਜਦੋਂ ਆਪਾਂ ਗੁਰਮੰਤਰ ਦੀ ਆਵਾਜ਼ ਵਿੱਚ ਧਿਆਨ ਲਾ ਲਿਆ, ਫਿਰ ਉਹਨਾਂ ਗੱਲਾਂ ਪਾਸੇ ਧਿਆਨ ਨਹੀਂ ਜਾਏਗਾ, ਉੱਧਰ ਫੁਰਨਿਆਂ ਪਾਸੇ ਨਹੀਂ ਜਾਏਗਾ। ਆਵਾਜ਼ ਵਿੱਚ ਜਦੋਂ ਧਿਆਨ ਲੱਗ ਗਿਆ ਤੇ ਮਨ ਟਿਕ ਕੇ ਬੈਠ ਜਾਏਗਾ। ਜੇ ਆਪਾਂ ਆਵਾਜ਼ ਵਿੱਚ ਧਿਆਨ ਨਹੀਂ ਲਾਵਾਂਗੇ, ਉਵੇਂ ਹੀ ਆਪਾਂ ਵਾਹਿਗੁਰੂ 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 ਕਰ ਰਹੇ ਹਾਂ, ਫਿਰ ਮਨ ਟਿਕੇਗਾ ਨਹੀਂ। ਮਨ ਨੂੰ ਟਿਕਾਉਣ ਦਾ ਤਰੀਕਾ ਹੈ ਮੁੱਖੋਂ ਵਾਹਿਗੁਰੂ ਬੋਲਣਾ, ਆਪ ਦੀ ਆਵਾਜ਼ ਵਿੱਚ ਧਿਆਨ ਲਾ ਲੈਣਾ। ਧੁਨ ਮੇ ਧਿਆਨ ਧਿਆਨ ਮੇ ਜਾਣਿਆ, ਗੁਰਮੁਖ ਅਕਥ ਕਹਾਣੀ। ਜਦੋਂ ਧੁਨ ਵਿੱਚ ਧਿਆਨ ਲੱਗ ਗਿਆ, ਪਹਿਲਾਂ ਆਪਾਂ ਥੋੜ੍ਹਾ ਜਿਹਾ ਉੱਚੀ ਸਿਮਰਨ ਕੀਤਾ ਤਾਂ ਕਿ ਜਿੰਨਾ ਵੀ ਕੋਈ ਮਾੜਾ ਮੋਟਾ ਵਿਚਾਰ ਹੈ, ਫੁਰਨਾ ਹੈ, ਉਹ ਉੱਚੀ ਆਵਾਜ਼ 'ਚ ਜਦੋਂ ਆਪਾਂ ਸਿਮਰਨ ਕਰਦੇ ਹਾਂ ਉਹ ਸਾਫ਼ ਹੋ ਜਾਂਦਾ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮ ਕੇ ਰੰਗ। ਨਾਮ ਦੀ ਰੰਗਤ ਨਾਲ ਉਹ ਪਾਪਾਂ ਵਾਲੀ ਜਿਹੜੀ ਮੈਲ ਹੈ ਮਨ ਤੋਂ ਉਤਰ ਜਾਂਦੀ। ਮਨ ਸਹਿਜ ਹੋ ਗਿਆ। ਜਦੋਂ ਮਨ ਸਹਿਜ ਹੋ ਗਿਆ, ਫਿਰ ਆਪਾਂ ਮਧਮਾਂ ਦੇ ਵਿੱਚ ਸ਼ਬਦ ਨੂੰ ਲੈ ਆਉਣਾ, ਆਵਾਜ਼ ਨੂੰ ਥੋੜ੍ਹਾ ਜਿਹਾ ਹੌਲੀ ਆਵਾਜ਼ ਲੈਂਦਾ, ਕਿਉਂਕਿ ਜ਼ੋਰ ਆਪਾਂ ਨਜਾਇਜ਼ ਤਾਂ ਲਾਉਣਾ ਨਹੀਂ। ਵਿਚਾਰ ਆ ਰਹੇ ਸੀ, ਆਪਾਂ 15-20 ਮਿੰਟ ਉੱਚੀ ਕੀਤਾ, ਥੋੜ੍ਹਾ ਜ਼ੋਰ ਲਾਇਆ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਆਓ ਜੂਝਣ ਕੋ। ਆਹ ਖੇਤ ਆ ਸਰੀਰ। ਕਬੀਰ ਸਾਹਿਬ ਦਾ ਬਚਨ ਆ ਨਾ। ਕਬੀਰ ਸਾਹਿਬ ਨੇ ਵੈਸੇ ਤਾਂ ਕੋਈ ਜੰਗ ਯੁੱਧ ਨਹੀਂ ਕੀਤੀ। ਆਹ ਸਰੀਰ ਰੂਪੀ ਖੇਤ ਦੇ ਵਿੱਚ ਜੂਝਣਾ ਆਪਾਂ। ਵਿਚਾਰ ਟਿੱਕੇ ਨਹੀਂ ਬੈਠਣ ਦਿੰਦੇ, ਵਿਚਾਰ ਹੀ ਨਿੰਦਿਆ ਕਰਾਉਂਦੇ ਆ, ਵਿਚਾਰ ਹੀ ਕ੍ਰੋਧ ਦੇ ਵਿੱਚ ਲੈ ਕੇ ਜਾਂਦੇ ਆ, ਵਿਚਾਰ ਹੀ ਨਸ਼ਾ ਪਿਆਉਂਦੇ ਆ। ਫੁਰਨਾ ਅੰਦਰੋਂ ਫੁਰ ਗਿਆ ਵੀ ਨਸ਼ਾ ਪੀ ਲੈਣਾ। ਅਸੀਂ ਕਿਸੇ ਬਾਹਰੋਂ ਨਹੀਂ ਕਿਸੇ ਦੇ ਵੱਸ ਹੁੰਦੇ, ਅੰਦਰੋਂ ਜਿਹੜੇ ਪੰਜੇ ਦੂਤ ਵਿਚਾਰ ਦੇ ਰਹੇ ਨੇ ਉਹਨਾਂ ਦੇ ਵੱਸ ਆ। ਕੋਈ ਬਾਹਰੋਂ ਕਿਸੇ ਨੂੰ ਨਸ਼ੇ ਤੇ ਨਹੀਂ ਲਾ ਸਕਦਾ, ਕੋਈ ਬਾਹਰੋਂ ਕਿਸੇ ਨੂੰ ਨਿੰਦਿਆ ਚੁਗਲੀ ਤੇ ਨਹੀਂ ਲਾ ਸਕਦਾ। ਹਾਂ, ਬਾਹਰੋਂ ਅਗਲਾ ਸਾਨੂੰ ਪ੍ਰੇਰਨਾ ਦੇ ਸਕਦਾ ਵੀ ਤੂੰ ਆ ਨਸ਼ਾ ਪੀਆ ਕਰ। ਜਦੋਂ ਸਾਨੂੰ ਅੰਦਰੋਂ ਫੁਰਨਾ ਆ ਗਿਆ ਵੀ ਪੀ ਲੈ, ਅਸੀਂ ਪੀ ਲੈਣਾ। ਆਤਮਾ ਪਰਮੇਸ਼ਰ ਸਾਡੇ ਅੰਦਰ ਕਾਇਮ ਹੈ। ਉਹ ਕਦੇ ਵੀ ਸਾਨੂੰ ਅੰਦਰੋਂ ਵਿਚਾਰ ਨਹੀਂ ਦਿੰਦਾ ਵੀ ਤੁਸੀਂ ਨਸ਼ਾ ਕਰੋ, ਤੁਸੀਂ ਨਿੰਦਿਆ ਕਰੋ, ਤੁਸੀਂ ਮਾਰ ਵੱਢ ਕੱਟ ਕਰੋ। ਉਹ ਤਾਂ ਜਦੋਂ ਅੰਦਰੋਂ ਗਲਤ ਫੁਰਨਾ ਆਉਣਾ, ਨਾਲੋਂ ਨਾਲ ਆਤਮਾ ਨੇ ਕਹਿਣਾ ਵੀ ਨਾ, ਆਹ ਕੰਮ ਨਾ ਕਰੀ। ਅਸੀਂ ਆਤਮਾ ਦੀ ਨਹੀਂ ਸੁਣਦੇ, ਅਸੀਂ ਪੰਜਾਂ ਦੇ ਪ੍ਰੇਮੀ ਬਣ ਚੁੱਕੇ ਹਾਂ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੋਹ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਪੁਕਾਰ ਕਿਸੇ ਨੇ ਕਿੰਨੀ ਸੁਣਨੀ ਆ? ਅਸੀਂ ਆਪ ਦੀ ਨਹੀਂ ਸੁਣਦੇ। ਆਪਦੇ ਆਪ ਸਾਡਾ ਆਤਮਾ ਆ। ਆਤਮਾ ਕਹਿੰਦੀ ਨਹੀਂ, ਸਹਿਜ ਚੱਲ, ਸੰਤੋਖ ਵਿੱਚ ਚੱਲ, ਨਸ਼ਾ ਨਹੀਂ ਕਰਨਾ। ਅੰਦਰ ਬੈਠਾ ਮਾਲਕ ਬੋਲਦਾ ਕਿਉਂ ਨਹੀਂ? ਅਸੀਂ ਨਜ਼ਰਅੰਦਾਜ਼ ਕਰਦੇ ਵੀ। ਸੁਬਾਹ ਜੇ ਸਾਡਾ ਦਿਲ ਕੀਤਾ, ਅਸੀਂ ਹੁਣ ਸੰਗਤ ਦੇ ਵਿੱਚ ਉੱਠ ਕੇ ਇੱਥੇ ਬਚਨ ਸੁਣੇ, ਇੱਥੋਂ ਉੱਠ ਕੇ ਘਰ ਜਾਣਾ। ਮਾਲਕ ਨੇ ਸਵੇਰੇ ਇੱਕ ਵਾਰੀ ਆਵਾਜ਼ ਦੇਣੀ ਵੀ ਗੁਰਮੁਖਾ, ਕੱਲ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆ ਬਚਨ ਸੁਣੇ ਹੀ ਚੱਲੇ, ਜਪੀਏ ਨਾਮ। ਨਾਲੋਂ ਪੰਜਾਂ ਨੇ ਆਵਾਜ਼ ਦੇਣੀ ਨਹੀਂ ਜਪਣਾ।
ਪੰਜਾਂ ਦੇ ਵਸ ਹੋ ਗਏ। ਕਿਸੇ ਦੇ ਵਸ ਨਹੀਂ, ਆਪਾਂ ਪੰਜਾਂ ਦੇ ਵਸ ਹਾਂ। ਤੇ ਮਹਾਰਾਜ ਕਹਿੰਦੇ ਇਹਨਾਂ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ, ਇਹ ਪੰਜਾਂ ਮਹਾਬਲੀਆਂ ਨੂੰ ਪਾਸੇ ਕਰ ਦਿਓ। ਉਹ ਫਿਰ ਆਪਾਂ ਜਦੋਂ ਗੁਰਮੰਤਰ ਦਾ ਅਭਿਆਸ ਕਰਾਂਗੇ, ਇੱਕ ਵਾਰੀ ਸਾਡਾ ਮਨ ਕਮਜ਼ੋਰ ਹੋਇਆ ਜਾਂਦਾ ਹੁੰਦਾ, ਪੂਰਾ ਹੋਇਆ ਹੁੰਦਾ, ਪੂਰਾ ਕਮਜ਼ੋਰੀ ਵਿੱਚ ਆ, ਫਿਰ ਇੱਕ ਵਾਰ ਗੁਰਮੁਖ ਕਹਿੰਦੇ ਆ ਸਾਡੇ ਤੋਂ ਸੁਬਾਹ ਉੱਠਿਆ ਨਹੀਂ ਜਾਂਦਾ, ਕਹਿੰਦੇ ਆ ਇਹ ਵੀ ਛੂਟ ਆ ਜੀ, ਵੀ ਪਹਿਲੀ ਵਾਰ 'ਚ ਤੇਰੇ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ, 24 ਘੰਟਿਆਂ ਦੇ ਵਿੱਚ ਤੈਨੂੰ ਛੂਟ ਆ, ਜਦੋਂ ਉੱਠਿਆ ਕੇ ਬੈਠਾ ਜਾਂਦਾ ਉਦੋਂ ਸ਼ਬਦ ਅਭਿਆਸ ਸ਼ੁਰੂ ਕਰ ਦੇ। ਹੁਣ ਜੇ ਕੋਈ ਨਸ਼ੇ ਦਾ ਐਡਿਕਸ਼ਨ ਦੇ ਵਿੱਚ ਜ਼ਿਆਦਾ ਚਲਿਆ ਗਿਆ, ਉਹ ਕਹਿੰਦਾ ਮੈਂ ਨਸ਼ਾ ਨਹੀਂ ਛੱਡ ਸਕਦਾ, ਮੈਨੂੰ ਹਸਪਤਾਲ 'ਚ ਭਰਤੀ ਕਰਾ ਦਿਓ, ਉੱਥੇ ਛੱਡ ਜਾਊਗਾ। ਦਿਲ ਕਰਦਾ ਮੇਰਾ ਨਸ਼ਾ ਛੱਡਣ ਨੂੰ, ਪਰ ਇੰਨੀ ਤਾਕਤ ਨਹੀਂ ਸਰੀਰ ਮੇਰਾ ਵੀ ਨਸ਼ਾ ਛੱਡ ਜਾਵੇ। ਇਸੇ ਤਰ੍ਹਾਂ ਕਹਿੰਦੇ ਦਿਲ ਕਰਦਾ ਸਵੇਰੇ ਉੱਠ ਕੇ ਨਾਮ ਜਪਣ ਨੂੰ, ਦਿਲ ਕਰਦਾ ਵੀ ਗੁੱਸਾ ਨਾ ਕਰੀਏ, ਦਿਲ ਕਰਦਾ ਪਰਿਵਾਰ ਦੇ ਵਿੱਚ ਨਾ ਲੜਾਈ ਝਗੜਾ ਕਰੀਏ, ਦਿਲ ਕਰਦਾ ਵੀ ਫੁਰਨੇ ਵਾਧੂ ਦੇ ਨਾਂ ਲਈਏ, ਸੰਤੋਖ ਵਿੱਚ ਰਹੀਏ, ਦਿਲ ਕਰਦਾ ਮਨ ਨੂੰ ਨਾ ਭਜਾਈਏ, ਪਰ ਹੁਣ ਰੁਕੀਏ ਕਿਵੇਂ? ਇੰਨੀ ਤਾਕਤ ਹੈ ਨਹੀਂ ਸਾਡੇ 'ਚ। ਆਂਦੇ ਫਿਰ ਹਸਪਤਾਲ 'ਚ ਭਰਤੀ ਕਰਾਓ, ਤੇ ਹਸਪਤਾਲ ਇਹ ਸਭ ਤੋਂ ਵੱਡਾ ਜਿੱਥੇ ਕੋੜੀਆਂ ਦੇ ਮਰੀਜ਼ਾਂ ਦੇ ਇਲਾਜ ਹੁੰਦੇ ਨੇ, ਉਹ ਗੁਰੂ ਦੀ ਹਜ਼ੂਰੀ ਆ, ਸਤ ਸੰਗਤ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਮੋਖਦ ਮੁਖ ਦੇਵੇ ਕਾਟੇ। ਹੁਣ ਜਦੋਂ ਇੱਕ ਮਨੁੱਖ ਨੇ ਕਨਫੈਸ ਕਰ ਲਿਆ ਵੀ ਮੈਂ ਨਾਮ ਤਾਂ ਜਪਣਾ ਚਾਹੁੰਦਾ, ਮੈਂ ਨਸ਼ਾ ਵੀ ਛੱਡਣਾ ਚਾਹੁੰਦਾ, ਮੈਂ ਵੈਰ ਵਿਰੋਧ ਵੀ ਛੱਡਣਾ ਚਾਹੁੰਦਾ, ਪਰ ਮੇਰੇ 'ਚ ਤਾਕਤ ਤਾਂ ਹੈ ਨਹੀਂ ਨਾ, ਵੀ ਮੈਂ ਤੁਸੀਂ ਕਰਾਓ ਜੀ ਕਿਸ ਤਰ੍ਹਾਂ। ਤੇ ਸੰਤ ਕਿਉਂ ਬਣਾਏ ਜਾਂਦੇ ਨੇ? ਪ੍ਰਚਾਰਕ ਕੀ ਹੁੰਦਾ? ਪ੍ਰਚਾਰਕ ਦਾ ਕੰਮ ਇਹ ਨਹੀਂ ਵੀ ਉਹ ਬਸ ਅਗਲੇ ਨੂੰ ਕਹਿ ਦੇਵੇ, ਉਹਦਾ ਦਿਲ ਤੋੜ ਦੇਵੇ ਵੀ ਨਹੀਂ ਨਹੀਂ ਤੂੰ, ਤੇਰੇ ਕੇਸ ਕੱਟੇ ਆ, ਤੂੰ ਕੀ ਕਰ ਸਕਦਾ, ਤੂੰ ਤਾਂ ਪਰਾ ਹੋ ਜਾ, ਤੂੰ ਨਸ਼ਾ ਪੀਣਾ, ਤੂੰ ਕੀ ਕਰ ਸਕਦਾ, ਤੂੰ ਪਰਾ ਹੋ ਜਾ। ਪ੍ਰਚਾਰਕ ਇਸ ਕਰਕੇ ਨਹੀਂ ਵੀ ਉਹ ਅਗਲੇ ਨੂੰ ਤਤਕਾਰ ਦੇਵੇਗਾ। ਗੁਰੂ ਦਾ ਪ੍ਰਚਾਰਕ ਇਸ ਕਰਕੇ ਆ, ਜੇ ਕਿਸੇ ਨੇ ਕਨਫੈਸ ਕੀਤਾ, ਜੇ ਕੋਈ ਨਾਮ, ਉਹਨੂੰ ਤਰੀਕਾ ਦੱਸੇ ਵੀ ਜੇ ਤੂੰ ਇਸ ਸਟੇਜ ਦੇ ਵਿੱਚ ਹੈਗਾ, ਜੇ ਤੂੰ ਇੱਥੇ ਹੁਣ ਪਤਨ ਦੇ ਵਿੱਚ ਚਲਿਆ ਗਿਆ, ਹੁਣ ਤੂੰ ਇੱਥੋਂ ਵਾਪਸੀ ਕਿਵੇਂ ਕਰ ਸਕਦਾ। ਇਸ ਕਰਕੇ ਸੰਤ ਮਾਲਕ ਥਾਪਦੇ ਆ। ਫਿਰ ਸੰਤ ਕਹਿੰਦੇ ਆ ਵੀ ਇਲਾਜ ਤੁਹਾਡਾ ਹੋ ਜਾਏਗਾ, ਜੋ ਵੀ ਤੁਸੀਂ ਗੁਣ ਧਾਰਨ ਕਰਨੇ ਚਾਹੁੰਦੇ ਹੋ ਸਾਰਾ ਹੋ ਜਾਏਗਾ, ਪਰ ਤੁਹਾਨੂੰ ਆ ਸ਼ਬਦ ਦਾ ਅਭਿਆਸ ਕਰਨਾ ਪਏਗਾ, ਤੁਹਾਨੂੰ ਸਮਾਂ ਦੇਣਾ ਪਏਗਾ। ਗੁਰੂ ਸਾਹਿਬ ਦੀ ਇਹ ਬਚਨ ਸੁਣੋ, ਇਹ ਗੁਰਬਾਣੀ ਗੁਰੂ ਦੇ ਵਿੱਚ ਇੰਨੀ ਪਾਵਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਤੁਸੀਂ ਗੁਰਬਾਣੀ ਨੂੰ ਸੁਣੋਗੇ ਤੇ ਗੁਰਮੰਤਰ ਦਾ ਅਭਿਆਸ ਕਰੋਗੇ, ਇਹਦੇ 'ਚ ਇੰਨੀ ਤਾਕਤ ਆ। ਅਸੀਂ ਦਾਅਵੇ ਨਾਲ ਕਹਿੰਦੇ ਆ, ਸੰਤ ਕੀ ਕਹਿੰਦੇ ਆ, ਅਸੀਂ ਦਾਅਵੇ ਨਾਲ ਕਹਿੰਦੇ ਆ ਵੀ ਇਹ ਕੋੜੀਆਂ ਦਾ ਇਲਾਜ ਕਰ ਦਿੰਦੀ ਆ, ਮਨ ਦੇ ਕੋੜੀਆਂ ਦਾ। ਜਦੋਂ ਮਨ ਦਾ ਕੋੜ ਖਤਮ ਹੋ ਜਾਵੇ, ਤਨ ਦਾ ਆਪੇ ਇਲਾਜ ਹੋ ਜਾਂਦਾ। ਕਹਿੰਦੇ ਮਨ, ਪਹਿਲਾਂ ਤਾਂ ਮਨ ਤੇ ਕੋੜ ਆ, ਮਨ ਪੰਜਾਂ ਵਾਸਾ, ਮਨ ਹੀ ਕਹਿ ਦਿੰਦਾ ਵੀ ਪੰਜਾਂ ਦੇ ਵਾਸਾ ਵੀ ਮੈਂ ਨਸ਼ਾ ਕਰਨਾ ਜੀ, ਮੈਂ ਉਹਦੇ ਨਾਲ ਝਗੜਾ ਕਰਨਾ, ਮੈਂ ਉਹਦੇ ਨਾਲ ਬੋਲਣਾ ਨਹੀਂਗਾ, ਮੈਂ ਉਹਦੇ ਘਰ ਨਹੀਂ ਜਾਣਾ। ਅੰਦਰੋਂ ਆਵਾਜ਼ ਆਉਂਦੀ ਹੈ ਵੀ ਉਹਦੇ ਘਰ ਨਹੀਂ ਜਾਣਾ, ਨਹੀਂ ਜਾਂਦਾ ਘਰ। ਉਹਨੇ ਤੈਨੂੰ ਆਹ ਬਚਨ ਕਿਹਾ ਸੀਗਾ, ਉਹ ਯਾਦ ਆ ਨਾ ਤੈਨੂੰ ਗੱਲ, ਅੰਦਰੋਂ ਕਹਿੰਦੇ ਆ ਪੰਜੇ। ਇੱਕ ਬਚਨ ਜੇ ਕੋਈ ਕਿਸੇ ਨੇ ਭਰਮ ਦੇ ਵਿੱਚ ਆ ਕੇ ਸਾਨੂੰ ਕਹਿ ਦਿੱਤਾ, ਭੁੱਲ ਭੁਲੇਖੇ ਕਹਿ ਦਿੱਤਾ, ਉਹਦੇ ਪਿੱਛੇ ਅਸੀਂ 10-10 ਸਾਲ ਵੈਰ ਕਮਾਉਂਦੇ ਆ, ਕਰੋਧ ਕਮਾਉਂਦੇ ਆ। ਤੂੰ ਮੈਨੂੰ ਆਹ ਗੱਲ ਕਹੀ ਸੀ। ਇੱਕ ਬਚਨ ਹੈ, ਉਹ ਫੁਰਨਾ ਮਨ ਫੜ ਕੇ ਬਹਿ ਜਾਂਦਾ, ਬਸ ਉਹ ਫੁਰਨਾ ਨਹੀਂ ਛੱਡਦਾ, ਉਹ ਚੱਲ। ਤੇ ਮਹਾਰਾਜ ਕਹਿੰਦੇ ਜੇ ਤੁਸੀਂ ਧੁਨ ਦੇ ਵਿੱਚ ਧਿਆਨ, ਜੇ ਆਪਾਂ ਰੋਜ਼ ਨਿਤਾ ਪ੍ਰਤੀ ਗੁਰਮੰਤਰ ਦੀ ਤਾਕਤ ਦਿੱਤੀ ਗੁਰੂ ਸਾਹਿਬ ਨੇ ਸਾਨੂੰ। ਸੁਬਾਹ ਆਪਾਂ ਕਰਮ ਤੇ ਨਿਕਲ ਜਾਂਦੇ ਆ, ਕੋਈ ਦੁਕਾਨਦਾਰੀ ਕਰਦਾ, ਕੋਈ ਖੇਤੀ ਕਰਦਾ, ਕੋਈ ਬਿਜ਼ਨਸ ਕਰਦਾ। ਉਹ ਸੁਬਾਹ ਜਦੋਂ ਆਪਾਂ ਕਰਮ ਕਰਨ ਲੱਗੇ ਤੇ ਸ਼ਾਮ ਤੱਕ ਜਦੋਂ ਆਪਾਂ ਵਾਪਸ ਘਰਾਂ ਦੇ ਵਿੱਚ ਆਉਣਾ, ਸਾਰੀ ਦਿਹਾੜੀ ਜ਼ਹਿਰ ਹੀ ਚੜ੍ਹਦੀ ਰਹਿੰਦੀ ਆ। ਕਰਮ ਇੱਕ ਜ਼ਹਿਰ ਹੈ, ਕਰਨਾ ਵੀ ਜ਼ਰੂਰੀ ਹੈ। ਜੇ ਢੰਗ ਆ ਜਾਵੇਗਾ ਤਾਂ ਫਿਰ ਇਹ ਜ਼ਹਿਰ ਨੂੰ ਅਸੀਂ ਨਾਲੋਂ ਨਾਲ ਕੱਟ ਸਕਦੇ ਹਾਂ, ਤੇ ਜੇ ਕਰਮ ਕਰਨ ਦਾ ਢੰਗ ਨਹੀਂ ਤੇ ਫਿਰ ਇਹ ਜ਼ਹਿਰ ਆ। ਸੁਬਾਹ ਤੋਂ ਲੈ ਕੇ ਵਿਚਾਰ ਚੱਲਣੇ ਆ, ਬਿਜ਼ਨਸ ਦੇ ਚੱਲਣੇ ਆ, ਵੀ ਆਹ ਇਹਦੇ ਤੋਂ ਕਮਾ ਲਈਏ, ਆਹ ਗਾਹਕ ਤੋਂ ਇੰਨਾ ਲੈ ਲਈਏ, ਵਧੂਗਾ ਕਿਵੇਂ, ਖੁੱਟੂਗਾ ਕਿਵੇਂ, ਪਰਿਵਾਰ ਦੇ ਫੁਰਨੇ ਆਉਣੇ ਆ, ਗ੍ਰਸਤ ਦੇ ਆਉਣੇ ਆ, ਸ਼ਾਮ ਤੱਕ ਜ਼ਹਿਰ ਚੜ੍ਹਨੀ ਆ। ਤੇ ਜੇ ਸ਼ਾਮ ਨੂੰ ਆਪਾਂ ਸ਼ਬਦ ਦਾ ਸਾਰੇ ਪਰਿਵਾਰ ਨੇ ਰਲ ਕੇ ਅਭਿਆਸ ਨਾ ਕੀਤਾ, ਉਹ ਜ਼ਹਿਰ ਜਿਹੜੀ ਆ ਫਿਰ ਸਾਡੇ ਮਨ ਤੋਂ ਅੱਗੇ ਤਨ 'ਤੇ ਅਸਰ ਕਰੂਗਾ। ਜੋ ਇੱਕ ਦਿਨ ਦਾ ਘਾਟਾ ਪਿਆ,
ਜੋ ਇੱਕ ਦਿਨ ਦਾ ਨਫਾ ਹੋਇਆ ਉਹ ਸਾਡੇ ਅੰਦਰ ਜਮ੍ਹਾਂ ਹੋ ਗਿਆ। ਤੇ ਸ਼ਾਮ ਨੂੰ ਕੀ ਕੀਤਾ, ਸ਼ਾਮ ਨੂੰ ਕਹਿੰਦੇ ਵੀ ਲਓ ਵੀ ਅੱਜ ਸਾਰਾ ਦਿਨ ਕਰਮ ਹੋ ਗਿਆ। ਪਹਿਲਾਂ ਤਾਂ ਸਾਰਾ ਦਿਨ ਮਨ ਦੀ ਜ਼ਹਿਰ ਇਕੱਠੀ ਕੀਤੀ, ਵਿਚਾਰ ਕੋਈ ਘਾਟੇ ਦਾ, ਕੋਈ ਨਫੇ ਦਾ, ਕੋਈ ਗਾਹਕੀ ਦਾ, ਕੋਈ ਬਿਜ਼ਨਸ ਦਾ, ਕੋਈ ਕਿਵੇਂ ਉਹ ਚੱਲਿਆ। ਸ਼ਾਮ ਨੂੰ ਫਿਰ ਜਦੋਂ ਵਿਹਲਾ ਹੋਇਆ ਉਦੋਂ ਦੂਸਰਾ ਨਸ਼ਾ ਕਰ ਲਿਆ, ਸਰੀਰ ਦਾ ਵੀ ਨਸ਼ਾ ਕਰ ਲਿਆ। ਮਨ ਨੂੰ ਜ਼ਹਿਰ ਦਿੱਤੀ ਵਿਚਾਰਾਂ ਦੀ, ਸਰੀਰ ਨੂੰ ਜ਼ਹਿਰ ਦਿੱਤੀ ਨਸ਼ੇ ਦੀ, ਤੇ ਜ਼ਹਿਰ ਦੇ ਵਿੱਚ ਡੁੱਬ ਕੇ, ਭਵਜਲ ਦੇ ਵਿੱਚ ਡੁੱਬ ਕੇ ਆਪ ਦੇ ਭਣੇ ਕਹਿੰਦਾ ਵੀ ਮੇਰੇ ਵਰਗਾ ਕੋਈ ਸ਼ਾਹ ਨਹੀਂ ਹੈਗਾ, ਮੇਰੇ ਵਰਗਾ ਕੋਈ ਅਮੀਰ ਨਹੀਂ ਹੈਗਾ, ਮੈਂ ਮਹਿੰਗਾ ਨਸ਼ਾ ਕਰਦਾ, ਮਹਿੰਗਾ ਮੇਰਾ ਕੰਮ ਆ। ਤੇ ਮਹਾਰਾਜ ਨੂੰ ਪੁੱਛ ਕੇ ਦੇਖੀਏ ਵੀ ਵਾਕਈ ਇਹ ਅਮੀਰ ਹੈ ਜੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਦਾ ਵਪਾਰ ਕੀਤਾ, ਠੱਗੀ, ਫੁਰਨੇ, ਸ਼ਾਮ ਨੂੰ ਮਹਿੰਗਾ ਨਸ਼ਾ, ਨਸ਼ਾ ਤਾਂ ਨਸ਼ਾ ਹੀ ਹੈ, ਮਹਿੰਗਾ ਨਸ਼ਾ। ਤੇ ਫਿਰ ਭਵਜਲ ਦੇ ਵਿੱਚ ਸੁੱਟ ਦਿੱਤਾ ਪੰਜਾਂ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਵੱਸ ਰਿਹਾ ਤੇ ਬਿਲਕੁਲ ਖਤਮ ਹੋ ਗਿਆ। ਹੁਣ ਜਿਹੜਾ ਇਸ ਤਰ੍ਹਾਂ ਦਾ ਜੀਵ ਹੈ, ਜਦੋਂ ਸੁਬਾਹ ਉੱਠਦਾ ਫਿਰ ਉਹੀ ਵਿਚਾਰ ਫੁਰਨੇ ਚਾਲੂ ਹੋ ਗਏ ਕਰਮ ਦੇ। ਸ਼ਾਮ ਨੂੰ ਮਨ ਨੂੰ ਸਰੀਰ ਤੋਂ ਬਾਹਰ ਕੱਢ ਦਿੱਤਾ, ਸਰੀਰ ਜ਼ਹਿਰੀਲਾ, ਮਨ ਜ਼ਹਿਰੀਲਾ, ਮਾਇਆ ਦੇ ਵਿੱਚ ਮਨਮੁਖ, ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋੜਾ। ਸੁਬਾਹ ਫਿਰ ਉਹੀ ਕੰਮ ਹੋ ਗਿਆ। ਤੇ ਜਿਹੜਾ ਗੁਰਮੁਖ ਪਰਿਵਾਰ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਮ ਕਰਦਾ। ਸ਼ਾਮ ਨੂੰ ਉਹਨੂੰ ਪਤਾ ਵੀ ਅੱਜ ਸਾਰਾ ਦਿਨ ਕਰਮ ਕਰਦੇ ਆ, ਵਿਚਾਰਾਂ ਲੈਂਦੇ ਆ, ਪਰਿਵਾਰ ਗ੍ਰਸਤ ਦੇ ਵਿੱਚ ਵਿਚਰਦੇ ਆ, ਮਨ ਨੂੰ ਜ਼ਹਿਰ ਲੱਗ ਜਾਂਦੀ ਆ। ਸ਼ਾਮ ਨੂੰ ਉਹਨਾਂ ਨੇ ਕੀ ਕਰਨਾ, ਗੁਰੂ ਸਾਹਿਬ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ, ਇਹਨਾਂ ਦਾ ਬਚਨ ਕਮਾਉਣਾ ਨਾ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਈ। ਉਹ ਸ਼ਾਮ ਨੂੰ ਇਕੱਠੇ ਹੋ ਗਏ। ਕੱਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਮੱਥਾ ਟੇਕ ਲਿਆ ਇਹੀ ਤਾਂ ਨਹੀਂ ਨਾ, ਮੱਥਾ ਟੇਕੀ ਦਾ ਦੇਹ ਧਾਰੀਆਂ ਨੂੰ, ਵੀ ਦੇਹ ਧਾਰੀ ਕੋ ਹੈਗਾ ਉਹ ਮੱਥਾ ਟਿਕਾ ਦਿੰਦਾ, ਉਹ ਖੁਸ਼ ਹੋ ਜਾਂਦਾ। ਨਹੀਂ, ਮੱਥਾ ਟੇਕ ਕੇ ਜਿੰਨਾ ਚਿਰ ਆਪਾਂ ਇਹਨਾਂ ਦੀ ਬਾਣੀ ਦੀ ਵਿਚਾਰ ਨਹੀਂ ਕਰਦੇ, ਇਹਨਾਂ ਨੂੰ ਮੱਥਾ ਟੇਕਿਆ ਸਫਲ ਨਹੀਂ। ਮਹਾਰਾਜ ਕਿਹੜੇ ਦੇ ਵੀ ਇਕੱਲੇ ਦੇਹ 'ਚ ਹੀ ਬੈਠੇ ਆ ਵੀ ਹਾਂ ਜੀ ਮੱਥਾ ਟੇਕੋ, ਨਹੀਂ, ਮੱਥਾ ਟੇਕ ਕੇ ਇਹਨਾਂ ਦੀ ਸ਼ਰਨ ਦੇ ਵਿੱਚ ਵਿਚਾਰ ਸੁਣਨੀ ਇਹਨਾਂ। ਹੁਣ ਗੁਰਮੁਖ ਪਰਿਵਾਰ ਆ ਉਹ ਸੁਬਾਹ ਸਰੀਰ ਵਿੱਚ ਆਏ, ਮਨ ਉਹਨਾਂ ਦਾ ਪੌਣ 'ਚ ਪ੍ਰਵੇਸ਼ ਹੋਇਆ, ਸਾਰਾ ਦਿਨ ਕਰਮ ਕੀਤਾ, ਸ਼ਾਮ ਨੂੰ ਇਕੱਠੇ ਹੋ ਕੇ ਬੈਠੇ ਵੀ ਆਓ ਭਾਈ ਗੁਰਮੁਖੋ ਲੰਗਰ ਪ੍ਰਸ਼ਾਦਾ ਛਕ ਕੇ ਨਹਾਉਣ ਧੋਣ ਕਰਕੇ ਆਓ, ਜਿਹੜੀ ਮਨ ਤੇ ਸਾਰਾ ਦਿਨ ਕਰਮ ਕਰਦੇ ਆ ਜ਼ਹਿਰ ਚੜ੍ਹ ਗਈ, ਆਓ ਸਿਮਰਨ ਕਰੀਏ, ਉਤਾਰੀਏ। ਉਹ ਸਾਰਾ ਪਰਿਵਾਰ ਰਲ ਕੇ ਬੈਠ ਗਿਆ, ਉਹਨਾਂ ਸਿਮਰਨ ਕੀਤਾ, ਵਾਹਿਗੁਰੂ ਵਾਹਿਗੁਰੂ ਕਰਦੇ 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 ਸਿਮਰਨ ਕਰਦਿਆਂ ਮਨ ਸਹਿਜ ਹੋ ਗਿਆ, ਅੰਮ੍ਰਿਤ ਰਸ ਆਇਆ। ਜੋ ਵੀ ਸਾਰੀ ਦਿਹਾੜੀ 'ਚ ਕੋਈ ਵਿਚਾਰ ਫੁਰਨਾ ਸੀ, ਸ਼ਾਮ ਜਦੋਂ ਸਿਮਰਨ ਕੀਤਾ, ਸਤਿਗੁਰ ਦੀ ਬਾਣੀ ਸਰਵਣ ਕੀਤੀ, ਸਾਫ਼ ਹੋ ਗਿਆ। ਉਹਨਾਂ ਨੇ ਸਰੀਰ ਨੂੰ ਸਹਿਜ ਕੀਤਾ, ਸਰੀਰ ਨੂੰ ਛੱਡਿਆ, ਸੁੰਨ 'ਚ ਚਲੇ ਗਏ, ਨੀਂਦ 'ਚ ਚਲੇ ਗਏ। ਸੁਬਾਹ ਫਿਰ ਉਹਨਾਂ ਨੇ ਕਰਮ ਤੇ ਆਉਣਾ, ਸਰੀਰ ਵਿੱਚ ਆਉਣਾ, ਕਿਉਂਕਿ ਰਾਤ ਨੂੰ ਸਾਨੂੰ ਸਰੀਰ ਤੋਂ ਵੱਖ ਕਰ ਦਿੱਤਾ ਜਾਂਦਾ, ਸਵੇਰੇ ਫਿਰ ਆ ਜਾਂਦਾ। ਫਿਰ ਸਿਮਰਨ ਕੀਤਾ, ਸਰੀਰ ਦੇ ਵਿੱਚ ਆਏ, ਆਨੰਦ ਲਿਆ ਤੇ ਕਰਮ ਤੇ ਲੱਗ ਗਏ। ਹੁਣ ਮਨਮੁਖ ਜਿਹੜਾ ਉਹਨੇ ਇੱਕ ਦਿਨ ਦੀ ਜ਼ਹਿਰ ਇਕੱਠੀ ਕੀਤੀ, ਸ਼ਾਮ ਨੂੰ ਫਿਰ ਪਰਿਵਾਰ ਦੇ ਵਿੱਚ ਵੀ ਨਹੀਂ ਬੈਠਿਆ, ਪੁੱਤ ਆਪਦੇ, ਧੀ ਆਪਦੇ, ਮਾਤਾ ਆਪਦੇ, ਘਰ ਵਾਲਾ ਆਪਦੇ, ਆਪੋ ਆਪਦੇ ਕਮਰੇ 'ਚ ਗਏ। ਤ੍ਰਿਸ਼ਨਾ ਦੇ ਵਿਚਾਰ ਚੱਲ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਇਹ ਵਿਚਾਰ ਚੱਲ ਰਹੇ, ਫੁਰਨਿਆਂ ਦੇ ਵਿਚਾਰ ਚੱਲ ਰਹੇ, ਘਾਟੇ ਨਫਿਆਂ ਦੇ ਵਿਚਾਰ ਚੱਲ ਰਹੇ। ਸੁਬਾਹ ਫਿਰ ਉਹ ਇਕੱਠੇ ਹੋ ਗਏ, ਫਿਰ ਇੱਕ ਦੂਜੇ ਦੇ ਨਾਲ ਉਨੀ ਕੁ ਕੰਮ ਦੀ ਮਤਲਬ ਦੀ ਵਿਚਾਰ ਕੀਤੀ, ਫਿਰ ਚਲੇ ਗਏ। ਇਸ ਤਰ੍ਹਾਂ ਇੱਕ ਮਨਮੁਖ ਪਰਿਵਾਰ ਜਿਹੜਾ ਹੈ ਉਹ ਦਿਨ ਦਿਨ ਕਰਕੇ ਜ਼ਹਿਰ ਇਕੱਠੀ ਕਰੀ ਜਾ ਰਿਹਾ। ਇੱਕ ਗੁਰਮੁਖ ਪਰਿਵਾਰ ਹੈ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਮਰਨ ਦੇ ਓਟ ਆਸਰੇ ਵਿੱਚ ਉਹ ਦਿਨ ਦਿਨ ਅੰਮ੍ਰਿਤ ਇਕੱਠਾ ਕਰੀ ਜਾ ਰਿਹਾ। ਦੋਨੋਂ ਉਹੀ ਕੰਮ ਕਰਦੇ ਆ, ਉਹੀ ਰੋਟੀ ਖਾਂਦੇ ਆ, ਉਹੀ ਉਹਨਾਂ ਦਾ ਲਾਈਫ ਸਟਾਈਲ ਹੈ। ਉਹਨਾਂ ਕੋਲ ਪੈਸਾ, ਉਹਨਾਂ ਕੋਲ ਵੀ ਪੈਸਾ, ਉਹਨਾਂ ਕੋਲ ਕਾਰਾਂ ਗੱਡੀਆਂ, ਉਹਨਾਂ ਕੋਲ ਵੀ ਕਾਰਾਂ ਗੱਡੀਆਂ, ਪਰ ਜੀਵਨ ਜਾਂਚ ਜਿਹੜੀ ਹੈ ਉਹ ਵੱਖਰੀ ਹੈ। ਇੱਕ ਗੁਰੂ ਦੇ ਮੁਤਾਬਕ ਚੱਲਦਾ ਪਿਆ, ਭਰੋਸਾ ਰੱਖ ਕੇ, ਸ਼ਬਦ ਦੀ ਤਾਕਤ ਲੈ ਕੇ, ਔਰ ਇੱਕ ਸੰਸਾਰ ਦੇ ਮੁਤਾਬਕ ਚੱਲਦਾ ਪਿਆ ਵੀ ਸੰਸਾਰ ਕੀ ਕਹਿੰਦਾ, ਬੇਭਰੋਸਗੀ ਵਿੱਚ ਚੱਲਦਾ ਪਿਆ। ਹੁਣ ਜਿਹੜਾ ਗੁਰਮੁਖ ਪਰਿਵਾਰ ਹੈ ਉਹਦੇ ਵਿੱਚ ਜੇ ਕੋਈ ਨਾ ਕਿਸੇ ਨਾ ਕਿਤੇ ਕੋਈ ਟਕਰਾਅ ਹੋਏਗਾ, ਕੋਈ ਗੱਲ ਵਿਚਾਰ ਹੋਏਗੀ ਵੀ, ਉਹ ਸਿਮਰਨ ਕਰਕੇ, ਗੁਰਬਾਣੀ ਦੀ ਵਿਚਾਰ ਕਰਕੇ, ਸੰਤਾਂ ਦਾ ਫਿਰ ਪਾਸ ਸੰਗ ਕਰਕੇ ਉਹ ਆਪਦੇ ਮਨ ਦੇ ਸ਼ੰਕੇ ਕੱਢ ਲੈਣਗੇ। ਜਿਹੜਾ ਮਨਮੁਖ ਪਰਿਵਾਰ ਹੈ ਜੇ ਉਹਦੇ ਵਿੱਚ ਕੋਈ ਇੱਕ ਅੱਧੀ ਗੱਲ ਆ ਗਈ,
ਉਹ ਗੱਲ ਜਿਹੜੀ ਆ ਉਹ ਇੱਕ ਐਸੇ ਬਰੂਦ ਦਾ ਕੰਮ ਕਰਦੀ ਹੈ ਵੀ ਉਹ ਪਰਿਵਾਰ ਦਾ ਪਰਿਵਾਰ ਸਾਰਾ ਉਧੇੜ ਕੇ ਰੱਖ ਦਿੰਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਤੁਸੀਂ ਗਿਆਨ ਤੇ ਸ਼ਬਦ ਦੇ ਆਧਾਰ ਤੇ ਜ਼ਿੰਦਗੀ ਜੀਓ, ਦਿੱਤਾ ਮੈਂ ਹੀ ਹੋਇਆ, ਮੈਂ ਸਿਰਫ ਇਹ ਵੇਖਦਾ ਵੀ ਮੇਰੇ ਦਿੱਤੇ ਨੂੰ ਤੁਸੀਂ ਕਿਵੇਂ ਸੰਸਾਰ ਦੇ ਵਿੱਚ ਬਤੀਤ ਕਰ ਰਹੇ ਹੋ। ਸਭ ਨੂੰ ਮਾਲਕ ਨੇ ਹੀ ਦਿੱਤਾ ਹੋਇਆ ਤੇ ਸਭ ਨੂੰ ਅਕਲ ਕਲਾ ਦਿੱਤੀ ਹੋਈ ਆ, ਕੁਛ ਨਾ ਸ਼ੁਕਰੇ ਆ, ਕੁਛ ਸ਼ੁਕਰ ਕਰਕੇ ਜਿਉਂਦੇ ਪਏ। ਇਹ ਨਹੀਂ ਉਹ ਫਰਕ ਨਹੀਂ ਕਰਦੇ, ਉਹ ਤਾਂ ਸਾਰਿਆਂ ਉੱਤੇ ਭਰੋਸਾ ਕਰਕੇ ਇੱਕ ਵਾਰ ਪਟਾ ਲਿਖ ਕੇ ਦੇ ਦਿੰਦੇ ਆ। ਸਵਾਸਾਂ ਦਾ ਭੰਡਾਰਾ, ਅੰਨ ਦਾ ਭੰਡਾਰਾ, ਪੈਸੇ ਦਾ ਭੰਡਾਰਾ, ਅੰਮ੍ਰਿਤ ਦਾ ਭੰਡਾਰਾ। ਉਸ ਤੋਂ ਬਾਅਦ ਫਿਰ ਵੇਖਦੇ ਆ, ਉਹਨਾਂ ਤੋਂ ਬਾਹਰ ਕੋਈ ਕਿਤੇ ਵੀ ਨਹੀਂ ਜਾ ਸਕਦਾ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾ। ਲੈ ਕੇ ਕਿੱਥੇ ਜਾਣਾ? ਆ ਪਰਮੇਸ਼ਰ ਦਾ ਖਜ਼ਾਨਾ ਇੱਥੇ ਹੀ ਪਿਆ ਰਹਿਣਾ, ਮਨ ਨੇ ਇੱਥੇ ਆਉਣਾ ਚਲੇ ਜਾਣਾ, ਕੋਈ ਕਿੱਥੇ ਲੈ ਜਾਊਗਾ? ਉਹ ਸਭ ਨੂੰ ਦੇ ਦਿੰਦਾ, ਉਹਨੂੰ ਕੋਈ ਡਰ ਥੋੜੀ ਨਾ, ਕਿਉਂਕਿ ਉਹ ਮਹਾਰਾਜ ਨਿਰਭਉ ਨੇ, ਨਿਰਵੈਰ ਨੇ। ਫਿਰ ਜਿਹਨੇ ਨਾ ਸ਼ੁਕਰਾ ਹੋ ਕੇ, ਬੇਹੁਕਮਾ ਹੋ ਕੇ ਸਾਰੀ ਜ਼ਿੰਦਗੀ ਕੱਢ ਦਿੱਤੀ, ਉਹਦਾ ਰਸਤਾ ਫਿਰ ਜਦੋਂ ਇੱਥੋਂ ਮਾਨਸ ਜਾਮੇ ਚੋਂ ਨਿਕਲਿਆ, ਦੁਬਦਾ ਵਿੱਚ ਹੀ ਰਿਹਾ, ਘਰ ਦੇ ਵਿੱਚ ਕਲੇਸ਼ ਦੀ ਵਾਰ-ਵਾਰ ਜੜ ਬਣਾਉਂਦਾ ਰਿਹਾ। ਦੂਜੇ ਜੀਵ ਸਹਿਜ ਹੋਣ ਲੱਗਦੇ ਆ, ਉਹ ਕੋਈ ਨਾ ਕੋਈ ਬਚਨ ਐਸਾ ਕਰ ਦੇਗਾ ਵੀ ਦੂਜਿਆਂ ਨੂੰ ਵੀ ਪਰੇਸ਼ਾਨ ਕਰੇਗਾ, ਆਪ ਤਾਂ ਉਹ ਹੈ ਹੀ। ਫਿਰ ਉਹ ਦੇਖਦੇ ਨੇ ਕਿ ਵੀ ਇਹਦੇ ਕਰਕੇ ਇੱਕ ਜੀਵ ਐਸਾ ਹੈ ਵੀ ਜਿਹਨੇ ਆਪ ਵੀ ਜਪਣਾ ਹੈ ਤੇ ਦੂਸਰਿਆਂ ਦੇ ਮਨ ਵੀ ਸਹਿਜ ਕਰ ਦੇਣੇ ਆ। ਇੱਕ ਐਸਾ ਹੈ ਵੀ ਜਿਹਨੇ ਆਪ ਜਪਣਾ ਨਹੀਂ ਤੇ ਦੂਸਰਿਆਂ ਨੂੰ ਵੀ ਹਿਰਦੇ ਵਿੱਚ ਅਗਨ ਬਾਲ ਕੇ ਰੱਖਣੀ। ਪਰ ਮਹਾਰਾਜ ਜੀ ਕਹਿੰਦੇ ਆ ਵੀ ਇਹਨੇ ਪਰੇਸ਼ਾਨ ਕੀਤਾ। ਮੈਚ ਖਿਡਾਇਆ ਜਾਂਦਾ ਨਾ, ਜਿਵੇਂ ਇੱਕ ਵਾਰੀ ਖਿਡਾਰੀ ਫਿਕਸ ਕਰ ਦਿੱਤੇ, ਉਹਨਾਂ ਨੂੰ ਵਰਦੀਆਂ ਪਵਾ ਦਿੱਤੀਆਂ, ਤਰੀਕੇ ਨਿਯਮ ਸਮਝਾ ਦਿੱਤੇ, ਫਿਰ ਚਾਹੇ ਕੋਈ ਮਾੜਾ ਖੇਡਦਾ ਚਾਹੇ ਚੰਗਾ, ਇੱਕ ਵਾਰੀ ਫਿਰ ਮੈਚ ਖਤਮ ਹੋਣ ਤੱਕ ਇੰਤਜ਼ਾਰ ਕੀਤਾ ਜਾਂਦਾ। ਇਸ ਤਰ੍ਹਾਂ ਇਹ ਸੰਸਾਰ ਦੇ ਵਿੱਚ ਮੈਚ ਚੱਲਦਾ ਹੈ। ਆਪਣੇ ਉੱਤੇ ਮਹਾਰਾਜ ਨੇ ਭਰੋਸਾ ਕਰਕੇ ਖਿਡਾਰੀ ਬਣਾ ਕੇ ਆਪਾਂ ਨੂੰ ਇੱਥੇ ਭੇਜ ਦਿੱਤਾ। ਇਹ ਨਹੀਂ ਵੀ ਵਿੱਚੋਂ ਬੰਦ ਕਰਨਗੇ। ਹੁਣ ਜਿੰਨਾ ਚਿਰ ਸਵਾਸਾਂ ਦਾ ਭੰਡਾਰਾ ਹੈ, ਇਹ ਮੈਚ ਚੱਲਦਾ ਪਿਆ, ਇੱਕ ਵਾਰ ਵੇਖਣਗੇ ਕੌਣ ਕਿਵੇਂ ਖੇਡਦਾ। ਤੇ ਜਿਹੜਾ ਦੂਸਰੇ ਨੂੰ ਪਰੇਸ਼ਾਨ ਕਰਦਾ, ਕਹਿੰਦੇ ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੇ। ਜਿਹੜਾ ਪਰੇਸ਼ਾਨ ਕਰੇਗਾ ਉਹਨੂੰ ਮੈਂ ਸਜਾ ਦਿਆਂਗਾ, ਅਗਨ 'ਚ ਸਾੜਾਂਗਾ। ਕੱਲਾ ਇਹੀ ਜੀਵਨ ਨਹੀਂ ਜੋ ਤੁਸੀਂ ਜੀ ਰਹੇ ਆ, ਇਹ ਯਾਤਰਾ ਬੜੀ ਲੰਮੀ ਆ, ਪਿੱਛੋਂ ਬੜੀ ਲੰਬੀ ਕਰਕੇ ਆਏ ਆ ਤੇ ਅੱਗੇ ਵੀ ਲੰਬੀ ਹੁੰਦੀ ਜਾਣੀ ਹੈ। ਤੇ ਜੇ ਹੁਕਮ 'ਚ ਚੱਲੇ, ਨਾਮ ਸ਼ਬਦ ਦਾ ਅਭਿਆਸ ਕਰਕੇ ਆਪ ਵੀ ਸੁਖੀ, ਦੂਸਰਿਆਂ ਨੂੰ ਸੁਖੀ ਰੱਖਿਆ। ਅਸੀਂ ਐਸੀ ਕਰਨੀ ਨਾ ਕਰੀਏ, ਐਸੀ ਕਲਾ ਨਾ ਖੇਡੀਏ ਜੇ ਦਰਗਾਹ ਗਏ ਹਾਰੀਏ। ਸਾਡੇ ਕਰਨ ਨਾਲ, ਫਰੀਦ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਵੀ ਜੇ ਸਾਡੀ ਕਰਨ ਨਾਲ 4 ਜੀ ਪਰੇਸ਼ਾਨ ਹੁੰਦੇ ਨੇ, ਉਹ ਜੀ ਨਹੀਂ ਪਰੇਸ਼ਾਨ ਹੁੰਦੇ, ਤੂੰ ਰੱਬ ਨੂੰ ਪਰੇਸ਼ਾਨ ਕਰਦਾ ਪਿਆ। ਸਾਰਿਆਂ 'ਚ ਪਰਮੇਸ਼ਰ ਬੈਠਾ, ਅਸੀਂ ਆਪ ਅਭਿਆਸ ਨਹੀਂ ਕਰਦੇ, ਅਸੀਂ ਆਪ ਉਦਮ ਨਹੀਂ ਕਰਦੇ, ਜਿਹੜੇ ਕਰਦੇ ਨੇ ਉਹਨਾਂ ਦਾ ਮਨ ਤੋੜਦੇ ਆ। ਸਾਡੇ ਤੋਂ ਵੱਡਾ ਪਾਪੀ ਕੌਣ ਆ? ਫਿਰ ਅਸੀਂ ਆਖੀਏ ਵੀ ਅਸੀਂ ਸੱਚਖੰਡ ਚਲੇ ਜਾਵਾਂਗੇ, ਸਾਡੇ ਤਾਂ ਕਰਮਾਂ 'ਚ ਕੋਈ ਫਰਕ ਹੀ ਹੈ ਨਹੀਂਗਾ, ਵੀ ਮੇਰੇ ਤੋਂ ਵਧੀਆ ਤਾਂ ਕੋਈ ਸੋਚਦਾ ਹੀ ਨਹੀਂਗਾ। ਨਹੀਂ, ਇਹ ਭੁਲੇਖੇ ਨੇ ਫਿਰ ਸਾਡੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਸ਼ਬਦ ਦੁਆਰਾ ਆਪਦੇ ਮਨ ਨੂੰ ਰੋਕਣ ਦੀ ਤਾਕਤ ਬਖਸ਼ੀ ਹੈ। ਤੁਸੀਂ ਗੁਰਮੰਤਰ ਦੁਆਰਾ ਆਪਦੇ ਮਨ ਨੂੰ ਰੋਕੋ। ਮਨ ਨੂੰ ਰੋਕ ਕੇ ਇਹਨੂੰ ਸਹਿਜ ਦੇ ਵਿੱਚ ਲਿਜਾ ਕੇ ਹਰ ਤਰ੍ਹਾਂ ਦੇ ਔਗਣ ਦਾ ਤੁਸੀਂ ਨਾਸ ਕਰ ਸਕਦੇ ਹੋ। ਤੁਸੀਂ ਰੋਜ਼ ਦਾ ਰੋਜ਼ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿਓ, ਰੋਜ਼ ਦਾ ਰੋਜ਼ ਅਕਥ ਕਥਾ ਦੀ ਵਿਚਾਰ ਸੁਣਨੀ ਸ਼ੁਰੂ ਕਰ ਦਿਓ। ਦਿਨਾਂ ਦੇ ਵਿੱਚ ਤੁਹਾਡੇ ਮਨ ਪਲਟਾ ਖਾ ਜਾਏਗਾ, ਦਿਨਾਂ ਦੇ ਵਿੱਚ ਹੀ ਤੁਹਾਡੇ ਔਗਣਾਂ ਦਾ ਨਾਸ਼ ਹੋ ਜਾਏਗਾ। ਸੋ ਅੱਜ ਜੋ ਗੁਰਮੁਖਾਂ ਨੇ ਰਲ ਮਿਲ ਕੇ ਇੰਤਜ਼ਾਮ ਕੀਤਾ ਸੀਗਾ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ, ਜੋ ਪਹਿਲਾ ਪ੍ਰਕਾਸ਼ ਦਿਹਾੜਾ ਹੋਇਆ ਸੀਗਾ, ਇਹੀ ਵਿਚਾਰ ਜੇ ਆਪਾਂ ਸਰਵਣ ਕਰਕੇ ਇਹਨੂੰ ਮਨ ਦੇ ਵਿੱਚ ਵਸਾ ਲਾਂਗੇ ਤੇ ਸਦਾ ਸਦਾ ਆਪਾਂ ਸੁਖੀ ਹੋਵਾਂਗੇ। ਸੋ ਆਓ ਫਿਰ 2-4 ਮਿੰਟ ਦੁਬਾਰਾ ਫਿਰ ਗੁਰਮੰਤਰ ਦਾ ਅਭਿਆਸ ਕਰੀਏ। ਉਪਰੰਤ ਸਮਾਪਤੀ ਹੋਏਗੀ, ਅਰਦਾਸ ਦੇਗ ਵਰਤਾਈ ਜਾਏਗੀ, ਹੁਕਮਨਾਮਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਫਿਰ ਆਪ ਜੀ ਆਪੋ ਆਪਦੇ ਘਰਾਂ ਵਿੱਚ ਜਾ ਸਕਦੇ ਹੋ। ਸਮਾਪਤੀ ਤੋਂ ਉਪਰੰਤ ਜੇ ਕਿਸੇ ਗੁਰਮੁਖ ਦਾ ਕੋਈ ਸਵਾਲ ਹੈ, ਕੋਈ ਸਿਮਰਨ ਦੇ ਪ੍ਰਤੀ, ਕੋਈ ਪ੍ਰੈਕਟੀਕਲ ਦੇ, ਤਾਂ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਬੈਠ ਕੇ ਵਿਚਾਰ ਕਰ ਲਵਾਂਗੇ। ਔਰ ਜੋ ਇਹ ਗੁਰਮੰਤਰ ਦਾ ਅਭਿਆਸ ਹੈ, ਇਹ ਔਨਲਾਈਨ ਵੀ ਕਲਾਸ ਲਗਵਾਈ ਜਾਂਦੀ ਹੈ ਗੁਰਮੁਖ ਪਿਆਰਿਓ। ਟੈਲੀਗ੍ਰਾਮ ਨਾਮ ਦੀ ਐਪ ਹੈ, ਜਿਸ ਤਰ੍ਹਾਂ ਵਟਸਐਪ ਮੈਸੇਜਿੰਗ ਐਪ ਹੈ, ਇਸੇ ਤਰ੍ਹਾਂ ਟੈਲੀਗ੍ਰਾਮ ਨਾਮ ਦੀ ਐਪ ਹੈ।
ਉਹ ਆਪ ਜੀ ਡਾਊਨਲੋਡ ਕਰਕੇ ਉਹਦੇ ਵਿੱਚ ਗਰੁੱਪ ਜੁਆਇਨ ਕਰ ਸਕਦੇ ਹੋ, ਜਿਸ ਦਾ ਨਾਮ ਹੈ ਪ੍ਰਭ ਮਿਲਨੇ ਕਾ ਚਾਉ ਟੋਹਾਣਾ। ਸਰਚ ਕਰ ਸਕਦੇ ਹੋ ਪ੍ਰਭ ਮਿਲਨੇ ਕਾ ਚਾਉ ਟੋਹਾਣਾ, ਟੈਲੀਗ੍ਰਾਮ ਡਾਊਨਲੋਡ ਕਰਕੇ ਉਹ ਗਰੁੱਪ ਜੁਆਇਨ ਕਰਕੇ ਉਸ ਤੋਂ ਬਾਅਦ ਸੁਬਾਹ 4:30 ਤੋਂ 6 ਵਜੇ ਤੱਕ 1.5 ਘੰਟਾ ਸਿਮਰਨ ਹੁੰਦਾ, ਨਾਲ ਕੱਥ ਦੀ ਵਿਚਾਰ ਧਿਆਨ। ਸ਼ਾਮ ਨੂੰ 7:30 ਤੋਂ 8:30 ਫਿਰ 1 ਘੰਟਾ ਸਿਮਰਨ। ਸੁਬਾਹ 4:30 ਤੋਂ 6, ਸ਼ਾਮੀ 7:30 ਤੋਂ 8:30। ਔਨਲਾਈਨ ਵੀ ਤੁਸੀਂ ਲਾਹਾ ਲੈ ਸਕਦੇ ਹੋ, ਉੱਥੋਂ ਹੀ ਫਿਰ ਤੁਹਾਨੂੰ ਸਾਡੇ ਅਗਲੇ ਪ੍ਰੋਗਰਾਮ ਸਮਾਗਮ ਜੋ ਲਾਗੇ ਤਾਗੇ ਹੁੰਦੇ ਆ ਔਰ ਜੋ ਕੈਂਪ ਲੱਗਦੇ ਆ ਧਿਆਨ ਸਿਮਰਨ ਦੇ, ਉਹ ਸਾਰਾ ਆਪ ਜੀ ਨੂੰ ਪਤਾ ਲੱਗ ਜਾਏਗਾ। ਸੋ ਆਓ 2-4 ਮਿੰਟ ਗੁਰਮੰਤਰ ਦਾ ਅਭਿਆਸ ਕਰੀਏ, ਉਪਰੰਤ ਸਮਾਪਤੀ ਜੀ। ਹਾਂਜੀ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ 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 ਵਾਹਿਗੁਰੂ। ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਆਰਿਓ, ਇਸੇ ਤਰ੍ਹਾਂ ਆਪਾਂ ਮਹਾਰਾਜ ਜੀ ਦਾ ਬਚਨ ਸਿੱਖੋ ਸ਼ਬਦ ਪਿਆਰਿਓ। ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤੇਕ। ਸ਼ਾਮ ਨੂੰ ਇਸੇ ਤਰ੍ਹਾਂ 7 ਤੋਂ 8 ਵਜੇ ਤੱਕ ਆਪਣੇ 1 ਘੰਟੇ ਦੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਨੇ, ਉੱਥੇ 1 ਘੰਟਾ ਆਪਣਾ ਸ਼ਾਮ ਨੂੰ ਅਭਿਆਸ ਹੈ ਜੀ। 7 ਤੋਂ 8 ਵਜੇ ਤੱਕ ਸੈਕਟਰ 14 ਦੇ ਵਿੱਚ ਪੰਜਾਬ ਯੂਨੀਵਰਸਿਟੀ ਜੋ ਉੱਥੇ ਅੰਦਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਅਭਿਆਸ ਹੈ ਜੀ। ਆਪ ਸਾਰਿਆਂ ਨੇ ਲਾਹਾ ਲੈਣਾ ਵਾਹਿਗੁਰੂ ਜੀ। ਸੋ ਆਪ ਜੀ ਦੇ ਨਾਲ ਇਹਨੇ ਬਚਨ ਕਰਦਿਆਂ, ਗੁਰਬਾਣੀ ਗੁਰੂ ਦੀ ਵਿਚਾਰ ਕਰਦਿਆਂ, ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਕੋਈ ਅੱਖਰ ਵਾਧਾ ਘਾਟਾ ਹੋ ਗਿਆ ਹੋਣਾ। ਸੰਗਤ ਅਤੇ ਗੁਰੂ ਬਖਸ਼ਣਯੋਗ ਨੇ ਜੀ। ਬਹੁਤ ਬਹੁਤ ਧੰਨਵਾਦ ਹੈ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ,
ਪ੍ਰਧਾਨ ਸਾਹਿਬ ਜੀ ਦਾ, ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਕ ਸਾਹਿਬਾਨ, ਹੈੱਡ ਗ੍ਰੰਥੀ ਸਾਹਿਬਾਨ, ਆਪ ਸਾਰੇ ਗੁਰਦੁਆਰਾ ਸਮੂਹ ਪ੍ਰਬੰਧਕ ਕਮੇਟੀ ਦੇ ਔਰ ਗੁਰਮੁਖਾਂ ਨੇ ਜਿਨ੍ਹਾਂ ਰਲ ਮਿਲ ਕੇ ਉਪਰਾਲੇ ਕੀਤੇ ਨੇ, ਬਹੁਤ ਬਹੁਤ ਧੰਨਵਾਦ ਹੈ ਜੀ। ਬਖਸ਼ ਲੈਣਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।